हाँ जी कीमा बनाया होया सी अच्छा ते ਉਹਦੇ ਨਾਲ ਰੋਟੀਆਂ ਬਣਾਈਆਂ ਪਰਾਠਾ ਬਣਾਇਆ ਕੱਟ ਕੇ ਨਾਲ ਰਹੀ ਸੀ ਬਿਰਿਆਨੀ ਬਣਾਈ ਸੀ ਤੇ ਫਿਰ ਉਹ ਪੂਰਾ ਦਿਨ ਇੰਤਜ਼ਾਰ ਕਰਦੇ ਸੀ ਮੈਂ ਕਿਹਾ ਚਲੋ ਆ ਜਾਓ ਫਿਰ ਸ਼ਾਮ ਨੂੰ ਤਾਜ਼ੀ ਬਣਾਵਾਂਗੇ ਤਿਆਰੀ ਸਾਰੀ ਕਰਕੇ ਦੇਖੋ ਨਾਲ ਕੋਈ ਬੱਚਾ ਵੀ ਆ ਜਾਏ ਹਫਸਾ ਨਹੀਂ ਤੇ नहीं पहले दफा ले लो बेटा वो मम्मा दे ਤੁਸੀਂ ਇਹਨੂੰ ਕਦੋਂ ਦੇਖਿਆ ਸਾਲ ਬਾਅਦ ਦੇਖਿਆ ਮੇਰੀ ਤਾਂ ਤੁਹਾਡੀ ਮੁਲਾਕਾਤ ਹੋਈ ਜਦੋਂ ਸੀ ਨਾ ਉਹਨਾਂ ਦੇ ਜਨਾਬ ਤੇ ਆਏ अच्छा ये हमीद का कमरा है वाह अच्छा हमीद दी बेगम ही गई है उत्थे अपने लेके चलो ते की काम सा नहीं शादी दी हो तो गई सी अच्छा रहना बेगम ने चक मारे हैं कम शम मतलब नौकरी हाँ अल्लाह का शुक्र है अन्ने पढ़ते थे अन्ने भी पढ़ते ने गुंगे भी पढ़ते ने रेनी मजदूर भी पढ़ते ने अच्छा ये तो इको जगह पे हाँ इको जगह पे सेंटर है ना हाँ भी अजीज या बहुत शुक्र और सुनाओ कितने होंगे आजकल तेरी बेगम किथे गई है बह जा मर गई है मर गई हमीद दी ते गई ਇਹਨਾਂ ना ਨੇ ਸਾਰਿਆਂ ਨਾ ਉਹਨੂੰ ਕਤਲ ਕਰਤਾ ਪਹਿਲੇ ਹੀ, ਆਉਣ ਤੋਂ ਪਹਿਲੇ अच्छा ਕਿ ਨਾ ਕੋਈ ਹੋਏ ਤੇ ਬਾਕੀ ਮਕਾਨ ਸਾਰਾ ਇਹਨਾਂ ਦਾ ਹੋ ਜਾਏ ਸਾਰਾ ਠੀਕ ਹੈ ਨਾ बोतल दिया आपने? ਇਹ ਚੱਕਰ ਹੈ ਨਫਸਾ ਨਫਸੀ ਦਾ ਆਲਮ ਹੈਗਾ ਤੁਹਾਨੂੰ ਪਤਾ ਦੇਗਾ ਕੋਈ ਚਾਹੁੰਦਾ ਹੀ ਨਹੀਂ ਹੈਗਾ पानी तुम पढ़ ले पानी वो तो मां साड़ी लाई पानी लगे। अजीज नु भी दे ਉਹ ਤੋਂ ਮੈਂ ਮਾਂ ਸਾਡੀ ਲਾਈ ਲੱਗ ਗਈ ਠੀਕ ਹੈ ਨਾ ਲੁੱਟ ਲੁੱਟ ਖਾ ਗਏ ਨੇ ਸਾਨੂੰ ਤੇ ਵਿਆਹ ਸਾਡੇ ਕੀਤੇ ਕੋਈ ਨਹੀਂ ਲੋਕਾਂ ਨੇ ਠੀਕ ਹੈ ਨਾ ਫਰਮਾਇਸ਼ਾਂ ਫੇਰ ਨਹੀਂ ਮੁੱਕਦੀਆਂ ਨਾ ਲੋਕਾਂ ਦੀ ਅਸੀਂ ਤੋਂ ਮੈਂ ਤੇ ਹੁਣ ਚੱਲ ਸਕੂਨ ਹੋਏ ਲਾਈਫ ਸੀ अजीज मैं अगर कुड़ी हुंदा ना ते मैं ते ना ब्याह कर जनाब बड़ियां बड़ियां कुड़ियां मेरे पीछे सन लेकिन मैं इस घर दे हालात दी वजह तो मैं नहीं कर चुकिया आपे ही नहीं कीती आपे ही नहीं कीती यकीन करो कि ए जड़ी ना नहीं चलो कोई नहीं कूल वो डाउन मेरा दोस्त है यार दोस्त यार दोस्त ने ब्याह ते लेके जानी तुम हां इन्नी तेरा ब्याह कराना है ते को दुआ कराया कर कोई नहीं अल्लाह ताला ब्याह करेगा दे खाने बड़े खवाए ने हां अल्लाह ताला करेगा बंदा कोई बिन नहीं बुलाए ब्याह ते दो तीन दिन में गए ना तुम अच्छा तेनू भी आदत पई ये है भैया नहीं मैं ਨਹੀਂ ਉਹ ਵੈਸੇ ਹੀ ਇਹਦੇ ਨਾਲ ਚਲਾ ਜਾਂਦਾ ਹੁਣ अच्छा अच्छा बैठो ਹੁਣ ਤੇ ਉਹ ਜਾਂਦੇ ਨਹੀਂ ਮੈਂ माशाल्लाह यार नूर है चेहरे ते ਪੂਰੇ ਰੋਦੇ ਰੱਖੇ माशाल्लाह नेक आदमी नेक नेक आदमी ਇਹ ਨਾ ਜ਼ਬਾਨ ਦੇ नूर तो तीन ਜ਼ਬਾਨ ਦੇ ਗੁਨਾਹਾਂ ਤੋਂ ਤੇ ਅੱਲਾਹ ਪਾਕ ਨੇ ਬਿਲਕੁਲ ਹੀ ਬਚਾਇਆ ਹੈ ਨਾ बिल्कुल ऐसे ਤੇ ਸੁਣਨ ਦੇ ਗੁਨਾਹਾਂ ਤੋਂ ਬਚਾਇਆ ਹੈ। ਰੋਦੇ अच्छा बंदा है माशाल्लाह ਤੇ ਅਜ਼ੀਜ਼ ਸੁਣਾ ਆਪਣਾ ਸਰਕਾਰੀ ਨੌਕਰੀ ਦਾ ਕਿੱਥੇ ਤੱਕ ਪਹੁੰਚਿਆ ਹੈ कितने तक पहुंचे 21 साल हो गए 21 ਸਾਲ ਹੋ ਗਈ ਜਾ पहुंचना कितने तक है ਤੇ ਕੋਈ ਅਪਗ੍ਰੇਡੇਸ਼ਨ ਵਗੈਰਾ अपग्रेडेशन अपने बलबूते ते कीती है ਅੱਛਾ कि मैं काम नहीं करना मैं काम कर सकता ऐ चक्कर है ਨਹੀਂ ਮੈਟ੍ਰਿਕ ਤੇ ਤੂੰ ਕੀਤਾ ਸੀ ਨਾ हाँ मैट्रिक किया ਤੇ ਤੇਰੀ ਤੇ ਉਹ असल जी मैट्रिक रूल नहीं ना बने वो विराजमान है कि 17वें 18वें महीने वाले ठीक है फिर उत्थे सोने की देख समझो सोने की देख वो होती फिर वो कहते हैं असं बना बनने के लिए किस तरह आवांगे असं ਉਹਦੇ ਥਰੂ ਆਉਣਾ ਪਏਗਾ ਨਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਥਰੂ ਉਹ ਬੜਾ ਟਫ ਹੁੰਦਾ ਉਹ ਬਹੁਤ ਮੁਸ਼ਕਿਲ ਹੁੰਦਾ ਤੇ ਸੀਟ ਸਿਆਸੀ ਸੀਟ ਹੈਗੀ ਹੈ ਬੇਸਿਕ
ਤੇ ਫਿਰ ਜਦੋਂ ਸਿਆਸੀ ਸੀਟ ਹੁੰਦੀ ਹੈ ਫਿਰ ਆਪਣੇ ਬੰਦੇ ਹੀ ਲੈ ਕੇ ਆਉਂਦੇ ਨੇ। ਜਿਹੜੇ ਹੁੰਦੇ ਨਾ ਕਲਾਸ 4 EMPLOYEES, ਹਾਂਜੀ ਉਹ ਹੁਣ ਤੇ FA ਹੋ ਗਈ ਹੈ ਨਾ ਉਹਦੀ ਮੈਟ੍ਰਿਕ ਦੀ, JC ਦੀ ਜਿਹੜੀ ਹੈ ਰਿਕੁਆਇਰਮੈਂਟ, ਰਿਕੁਆਇਰਮੈਂਟ ਪਹਿਲੇ ਮੈਟ੍ਰਿਕ ਹੁੰਦੀ ਸੀ। ਪਹਿਲੇ ਮੈਟ੍ਰਿਕ ਹੁੰਦੀ ਤੇ ਜਿੰਨੇ ਕਲਾਸ 4 ਜਿਨ੍ਹਾਂ ਨੇ ਮੈਟ੍ਰਿਕ ਕੀਤਾ ਹੁੰਦਾ ਸੀ ਨਾ, ਉਹਨਾਂ ਦਾ ਕੋਟਾ ਹੁੰਦਾ ਸੀ ਕਲੈਰੀਕਲ ਸੀਟਾਂ 'ਚ, ਹੁੰਦਾ ਸੀ। ਉਹ ਕੋਟੇ ਦੇ ਵਿੱਚ ਆ ਜਾਂਦੇ ਸਨ। ਅਸਲ ਹੁਣ ਜੀ ਉਹੀ ਉਹਨਾਂ ਨੇ ਅਪਗ੍ਰੇਡ ਕਰਕੇ ਤੇ FA ਕਰ ਦਿੱਤਾ ਹੈ। ਮੈਂ ਸਮਝਦਾ ਇਸ ਗੱਲ ਨੂੰ। ਬਾਕੀ ਜਿਹੜਾ ਦਰਜਾ 4 ਦਾ ਗਵਰਨਮੈਂਟ ਵੀ ਜਿਹੜੀ ਹੈ 10 ਸਾਲ ਬਾਅਦ ਵਧਾਉਂਦੀ ਹੈ ਗ੍ਰੇਡ, ਠੀਕ ਹੈ, ਸਕਿੱਲ ਰਿਵਾਈਜ਼ ਕਰਦੀ ਹੈ। ਉਹ ਤੇ time to time ਹੁੰਦੇ ਆ ਟਾਈਮ ਨਾ। ਸਕਿੱਲ ਪ੍ਰਮੋਸ਼ਨ ਹੁੰਦੀ ਹੈ, ਹਾਂਜੀ, ਉਹ time ਲੇਕਿਨ scale- ਜਿਹੜੀ ਆਮ ਜਿਹੜੀ ਪ੍ਰਮੋਸ਼ਨ ਹੈਗੀ ਹੈ ਉਹ ਮਹਿਕਮੇ ਤੋਂ ਰਿਲੇਟਡ ਹੁੰਦੀ ਹੈ ਕਿ ਤੁਹਾਡੇ ਮਹਿਕਮੇ ਦੇ ਰੂਲ ਬਣੇ ਨੇ ਕਿ ਨਹੀਂ ਬਣੇ, ਠੀਕ ਹੈ, ਫਿਰ ਸੀਨੀਅਰਟੀ ਵੇਖੀ ਜਾਂਦੀ ਹੈ, ਸਾਰਾ ਕੁਝ ਉਹ ਤੁਹਾਡਾ ਸਰਵਿਸ ਸਟਰਕਚਰ ਬਣਦਾ ਹੈ, ਸਰਵਿਸ ਰੂਲਸ ਬਣਦੇ ਨੇ, ਉਹਦੇ ਮੁਤਾਬਕ ਤੁਹਾਡੀ ਪ੍ਰਮੋਸ਼ਨ ਹੁੰਦੀ ਹੈ। ਤੇ ਤੁਹਾਡਾ ਜਿਹੜਾ ਲਾਅ ਡਿਪਾਰਟਮੈਂਟ ਚੱਲਦਾ ਹੈ, ਲਾਅ ਡਿਪਾਰਟਮੈਂਟ ਨਹੀਂ ਹੈਗਾ ਸਾਡਾ, ਸੂਬਾਈ ਮੁਕਤਸਰ ਹੈ, ਸੂਬਾਈ ਮੁਹਤਸਬ ਡਿਪਾਰਟਮੈਂਟ ਹੈ, ਲੇਕਿਨ ਮਿਨਿਸਟਰੀ ਕਿਹਦੇ ਅੰਡਰ ਹੈ? ਮਿਨਿਸਟਰੀ ਦੀ ਕੋਈ ਨਹੀਂ ਹੈਗੀ, ਐਸੇ ਡਾਇਰੈਕਟ ਉਹਦੇ ਅੰਡਰ ਆਉਂਦਾ ਹੈ। ਇਹਦਾ ਜਿਹੜਾ ਉਹ ਹੈਗਾ ਗਵਰਨਰ ਪੰਜਾਬ ਦਾ ਅੰਦਰ, ਅੱਛਾ, ਠੀਕ ਹੈ, ਤੇ ਵਜ਼ੀਰ ਆਲਾ ਪੰਜਾਬ ਦੇ ਅੰਦਰ ਆਉਂਦਾ ਡਾਇਰੈਕਟ। ਇਹ ਨਾ ਜੁਡੀਸ਼ਰੀ ਚ ਆਉਂਦਾ ਹੈ ਨਾ ਜੁਡੀਸ਼ਰੀ ਚ ਆਉਂਦਾ ਹੈ, ਤੇ ਨਾ ਬਿਊਰੋਕ੍ਰੇਸੀ ਨਾ ਚ ਆਉਂਦਾ ਹੈ। ਬਿਊਰੋਕ੍ਰੇਸੀ ਚ ਆਉਂਦਾ ਹੈ। ਇਸ ਵਾਸਤੇ ਦੇ ਸਪੈਸ਼ਲ ਤਰ੍ਹਾਂ ਇੰਸਟੀਟਿਊਟ ਹੈਗਾ। ਸਹੀ, ਇਸ ਵਾਸਤੇ ਸਰਵਿਸ ਰੂਲ ਨਹੀਂ ਨਾ ਬਣੇ। ਹਾਂ ਨਹੀਂ ਬਣਦਾ ਇਹ ਚੱਕਰ ਹੈ। ਨਹੀਂ ਤੇ ਤੂੰ ਤੇ ਹੁਣ ਤੱਕ ਸੁਪਰੀਡੈਂਟ ਬਣ ਜਾਣਾ ਸੀ, ਉਹ ਚਲੋ ਕਿਉਂਕਿ ਜੋ ਮੈਂ ਵੀ ਹੈ, ਲੇਕਿਨ ਮੈਂ ਆਪਣਾ ਮੈਨੂੰ ਦੇਖੋ ਜੀ, ਮੈਨੂੰ ਡੈਜ਼ਿਗਨੇਸ਼ਨ ਤਾਂ ਕੋਈ ਨਹੀਂ ਹੈਗਾ, ਮੈਨੂੰ ਤਨਖਾਹ ਅੱਛੀ ਚਾਹੀਦੀ ਹੈ। ਅੱਲਾ ਦੀ ਮਿਹਰਬਾਨੀ ਨਾਲ ਮੇਰੀ ਖਾਲਾ ਦਾ ਬੇਟਾ ਨਾ ਉਹਨੂੰ ਪਹਿਲੇ ਸਕੇਲ 'ਚ ਅੱਲਾ ਦੇ ਕਰਮ ਨਾਲ ਭਰਤੀ ਕਰਾਇਆ ਸੀ। ਹੁਣ ਉਹ ਬਣ ਗਿਆ 16ਵੇਂ ਸਕੇਲ 'ਚ ਅਸਿਸਟੈਂਟ, ਤੇ ਹੁਣ ਪ੍ਰਮੋਸ਼ਨ ਉਹਦੀ ਹੋ ਰਹੀ ਹੈ ਐਜ਼ ਸੁਪਰੀਡੈਂਟ 17ਵੇਂ ਸਕੇਲ। ਸਾਡੇ ਕੋਲ ਵਾਸਾ ਦੇ ਬੰਦੇ ਪੇਸ਼ ਹੁੰਦੇ ਨੇ, ਠੀਕ ਹੈ, ਕਈ ਸਾਲਾਂ ਤੋਂ 2004 ਤੋਂ ਲੈ ਕੇ ਹੁਣ ਤੱਕ ਪੇਸ਼ ਹੋ ਰਹੇ। ਕੋਈ ਕੁਝ ਬਣ ਗਿਆ, ਕੋਈ ਕੁਝ ਬਣ ਗਿਆ, ਕੋਈ ਡਾਇਰੈਕਟਰ ਬਣ ਗਿਆ, ਹਾਂਜੀ, ਉਹ ਸਾਨੂੰ ਮਿਲਦੇ ਨੇ। ਯਾਨੀ ਕਲਾਸ 4 ਤੋਂ 20-21 ਸਾਲਾਂ 'ਚ ਥੱਲੇ ਉੱਤੇ ਗਏ 18ਵੀਂ 19ਵੀਂ 'ਚ ਬੰਦਾ ਬੜੇ ਆਰਾਮ ਨਾਲ ਚਲਾ ਜਾਂਦਾ ਹੈ। ਇਸ ਤਰ੍ਹਾਂ। ਚਲੋ ਅੱਲਾਹ ਤਾਲਾ ਖੈਰ ਕੋਈ ਨਹੀਂ, ਕਰੇ। ਅੱਲਾ ਤੇ ਸ਼ੁਕਰ ਨਾਲ ਹੈ। ਕੋਈ ਨੌਕਰੀ ਦੇ ਨਾਲ ਕੋਈ ਹੋਰ ਵੀ ਕੰਮ ਸ਼ਮ ਕਰਦਾ? ਨਹੀਂ ਜਨਾਬ, ਇਹੀ ਨੌਕਰੀ ਨੂੰ ਅਗਲੇ ਖਿੱਚਦੇ ਪਏ ਨੇ ਕਿ ਸਾਨੂੰ ਤੇ ਮੈਂ ਜਿਹੜਾ ਹੋਰ ਕਮਾਵਾਂਗਾ ਤੇ ਉਹ ਵੀ ਉਹਨਾਂ ਤੋਂ ਇਹਨੂੰ ਨਹੀਂ ਜਾਏਗਾ। ਯਾਨੀ ਕਿ ਨਹੀਂ, ਮੈਂ ਇਸ ਆਪਣਾ ਦੇਖੋ ਜੀ, ਨੌਕਰੀ ਮੈਂ ਤੋਂ- ਆਪਣੇ ਆਪ ਨੂੰ ਨਾ ਦੇਖੋ, ਮੈਂ ਇਸ ਤਰ੍ਹਾਂ ਰੱਖਿਆ ਹੈ ਕਿ ਮੈਂ ਹਰ ਕੰਮ ਮੈਂ ਆਪਣਾ ਖੁਦ ਕਰਨਾ। ਮੈਂ ਖਾਣਾ ਵੀ ਬਾਹਰੋਂ ਖਾਣਾ ਹੈ, ਮੈਂ ਆਪਣੇ ਕੱਪੜੇ ਵੀ ਖੁਦ ਹੀ ਧੋਣੇ ਨੇ, ਮੈਂ ਆਪਣਾ ਮੈਡੀਸਿਨ ਦਾ ਵੀ ਖੁਦ ਹੀ ਦੇਖਣਾ, ਮੈਂ ਆਪਣੀ ਗੱਡੀ ਦਾ ਵੀ ਖੁਦ ਦੇਖਣਾ, ਬਾਈਕ ਦਾ ਵੀ ਖੁਦ ਦੇਖਣਾ, ਓਵਰਆਲ ਹਰ ਚੀਜ਼ ਮੈਂ ਆਪਣੀ ਆਪ ਦੇਖਣਾ, ਠੀਕ ਹੈ। ਤੇ ਗੱਲ ਹੈਗੀ ਕਿ ਮੈਂ ਹੁਣ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ ਕਿ ਮੈਂ ਜਦੋਂ ਫ੍ਰੀ ਟਾਈਮ ਹੁੰਦਾ ਮੈਂ ਕੋਈ ਨਾ ਕੋਈ ਕੰਮ ਕਰਦਾ ਰਹਿਣਾ ਘਰ ਦੇ, ਸਹੀ, ਠੀਕ ਹੈ। ਤੇ ਇੰਨਾ ਟਾਈਮ ਨਹੀਂ ਹੈਗਾ ਮੇਰੇ ਕੋਲ ਕਿ ਮੈਂ ਕੋਈ ਪਾਰਟ ਟਾਈਮ ਜੋਬ ਕਰਾਂ। ਤੇ ਜਦੋਂ ਸੈਲਰੀ ਵੀ ਘੱਟ ਸੀ ਮੈਂ ਉਦੋਂ ਨਹੀਂ ਕੀਤੀ, ਤੇ ਹੁਣ ਤਾਂ ਮਾਸ਼ਾਅੱਲਾ ਸੈਲਰੀ ਬੜੀ ਅੱਛੀ ਹੈਗੀ, ਤੇ ਮੈਂ ਹੁਣ ਕਿਉਂ ਕਰਾਂ। ਲੱਖ ਤੇ ਹੋ ਗਈ ਹੋਣੀ ਹੈ। ਲੱਖ ਤੋਂ ਥੱਲੇ ਹੀ ਲੇਕਿਨ ਅੱਛੀ ਸੈਲਰੀ, ਅੱਛੀ ਸੈਲਰੀ। ਤੇ ਸਕੇਲ ਕਿਹੜਾ ਹੁਣ ਤੇਰਾ? ਸਕੇਲ ਮੇਰਾ ਤੁਹਾਨੂੰ ਕਿਹਾ, ਸਕੇਲ ਰਿਵਾਈਜ਼ ਹੀ ਨਹੀਂ ਹੋਏ। ਨਹੀਂ ਮੇਰਾ ਸਕੇਲ ਮਸ਼ੀਨ ਰਿਵਾਈਜ਼ ਆਪਰੇਟਰ ਦਾ ਹੈਗਾ ਚੌਥਾ। ਅੱਗੇ ਵਧਾਉਣਾ ਸੀ ਉਹਨਾਂ ਨੇ, ਉਹ ਵੀ ਨਹੀਂ ਅਪਗ੍ਰੇਡੇਸ਼ਨ ਨਹੀਂ ਤੈਨੂੰ ਮਿਲੀ? ਨਹੀਂ ਕੀਤੀ। ਨਹੀਂ, ਤੇਰੀ ਤੇ ਹੁਣ ਤੱਕ 3-4 ਦਫਾ ਅਪਗ੍ਰੇਡੇਸ਼ਨ ਹੋ ਜਾਣੀ ਚਾਹੀਦੀ ਸੀ। ਅੱਛਾ, ਉਹ ਸਰਵਿਸ ਰੂਲ ਦੇ ਨਾ ਹੁੰਦੇ ਵਜ੍ਹਾ ਤੋਂ। ਪਹਿਲੀ ਤਾਂ ਗੱਲ ਹੈਗੀ ਮੇਰੀ ਲਾਈਫ ਦੀ ਅਪਗ੍ਰੇਡੇਸ਼ਨ ਕੋਈ ਨਹੀਂ ਹੋਈ, ਤੇ ਮੈਨੂੰ ਉਹਨੂੰ ਛੱਡ। ਮੈਂ ਐਜ਼ ਅਪਗ੍ਰੇਡੇਸ਼ਨ ਨੂੰ ਕੀ ਕਰਨਾ, ਮੈਂ ਗੱਲ ਕਰ ਰਿਹਾ ਜਿਸ ਬਿਹਾਫ ਤੇ ਬੰਦਾ ਅੱਗੇ ਵੱਧਦਾ ਹੈ, ਜਿਸ ਸੋਚ ਕੇ ਬੰਦਾ ਕਹਿੰਦਾ ਕਿ ਯਾਰ ਅੱਗੇ ਇਹ ਕਰਾਂਗਾ, ਅੱਗੇ ਇਨ ਫਿਊਚਰ, ਠੀਕ ਹੈ। ਇੱਥੇ ਲਾਈਫ ਦੀ ਅਪਗ੍ਰੇਡੇਸ਼ਨ ਕੋਈ ਨਹੀਂ ਹੋਈ, ਤੇ ਮੈਂ ਉਹ ਲੈ ਕੇ ਮੈਂ ਸਿਰ 'ਚ ਮਾਰਨੀ ਅਪਗ੍ਰੇਡੇਸ਼ਨ, ਜਾਂ ਮੈਂ ਕੀ ਕਰਨਾ। ਅੱਛਾ, ਮੈਨੂੰ ਇਹ ਦੱਸ ਅਜ਼ੀਜ਼, ਤੂੰ ਮੇਰੇ ਦੀ ਇੰਜੀ ਹੈ ਜਿਸ ਤਰ੍ਹਾਂ ਅਬਦੁੱਲਾ ਹੈ, ਠੀਕ ਹੈ, ਮੇਰੇ ਬੇਟੇ ਦਾ ਉਹਦੀ ਵੀ ਛੱਡ। ਤੂੰ ਮੈਨੂੰ ਦੱਸ ਕਿ ਕਿਸ ਤਰ੍ਹਾਂ ਦੀ ਲੜਕੀ ਜਿਹੜੀ ਹੈ ਨਾ, ਇੱਕ ਤਾਂ ਤੂੰ ਕਹਿਣਾ ਕਿ ਖੂਬਸੂਰਤ ਬਹੁਤ ਹੋਏ। ਦੇਖੋ ਜੀ ਗੱਲ ਹੈਗੀ ਹੈ, ਮੈਂ ਖੂਬਸੂਰਤ ਕੋਈ ਨਹੀਂ ਕਿਹਾ, ਅੱਛਾ, ਇਹ ਨਹੀਂ ਹੋਣੀ ਜਿਹਦੀ ਸਾਡੇ ਖਾਨਦਾਨ ਦਾ ਮੈਚ ਕਰਨੀ ਚਾਹੀਦੀ, ਠੀਕ ਹੋ ਗਿਆ। ਹੂੰ, ਤੇ ਨਾ ਹੀ ਮੈਨੂੰ ਇਹ ਕੋਈ ਲਾਲਚ ਹੈਗੀ ਕਿ ਬਹੁਤ ਜ਼ਿਆਦਾ ਅਮੀਰ ਹੋਏ ਜੀ, ਠੀਕ ਹੈ, ਤੇ ਨਾ ਹੀ ਉੱਥੇ ਹੋ ਸਕਦਾ, ਠੀਕ ਹੈ। ਆਪਣੇ ਲੈਵਲ ਦੇ ਵਿੱਚ ਹੋਏ, ਠੀਕ ਹੈ। ਕੋਈ ਨਖਰਾ ਨਾ ਹੋਏ, ਕਿਉਂਕਿ ਮੈਂ ਤੇ ਲੋਕਾਂ ਦੇ ਨਖਰੇ ਬਰਦਾਸ਼ਤ ਕਰਕੇ ਥੱਕ ਗਿਆ। ਆਂਦੇ ਨੇ ਵੇਖ ਕੇ ਚਲੇ ਜਾਂਦੇ ਨੇ, ਆਂਦੇ ਨੇ ਵੇਖ ਕੇ ਚਲੇ ਜਾਂਦੇ ਨੇ, ਇਨਕਾਰ ਕਰਦੇ, ਠੀਕ ਹੈ। ਤੇ ਗੱਲ ਹੈਗੀ ਕਿ ਮੈਂ ਹੁਣ ਇਸ ਚੱਕਰ 'ਚ ਨਹੀਂ ਹੋਣਾ ਪੈਂਦਾ, ਠੀਕ ਹੈ। ਹੋਣਾ ਹੈਗਾ ਤੇ ਆਪੇ ਹੀ ਹੋ ਜਾਏ। ਮੈਨੂੰ ਜ਼ਿੰਦਗੀ ਦੇ ਹੋਰ ਬੜੇ ਸਿਆਪੇ ਨੇ, ਨਹੀਂ ਤੇ ਮੈਂ ਅੱਜ ਕੱਲ੍ਹ ਐਗਜ਼ਾਮ ਲੈ ਰਿਹਾ 9ਵੀਂ 10ਵੀਂ ਦੇ ਨਾ, ਨਾਰੋਵਾਲ, ਅਲਹਮਦੁਲਿਲਾ, ਐਜ਼ ਏ ਸੁਪਰੀਡੈਂਟ, ਠੀਕ ਹੈ। ਤੇ 28 ਨੂੰ ਆਖਰੀ ਪੇਪਰ ਸੀ ਈਦ ਤੋਂ ਪਹਿਲੇ। ਹੁਣ ਪੇਪਰ ਮੈਂ ਲੈਣਾ ਹੈ 8 ਤਰੀਕ ਨੂੰ, ਠੀਕ ਹੈ। 10-12 ਦਿਨ ਹੋ ਗਏ। ਫਿਰ 18 ਤੋਂ ਬਾਅਦ ਮੈਂ ਡਿਊਟੀ 'ਤੇ ਚਲੇ ਜਾਣਾ ਪਸਰੂਰ, ਮਹੀਨੇ ਕੁ ਬਾਅਦ ਇਨਸ਼ਾਅੱਲਾ ਹੋ ਜਾਣੀਆਂ ਛੁੱਟੀਆਂ। ਤੇ ਤੇਰਾ ਮੂਡ ਹੈ ਜੇ ਤੇ ਤੂੰ ਸ਼ਾਦੀ ਕਰਨੀ ਹੈ, ਤੇ ਉਧਰ ਠੰਡਿਆਣੀ ਇੱਕ ਦੋਸਤ ਹੈ ਮੇਰਾ ਕਰਨਲ,
ਫਿਰ ਸਵਾਤ ਵੀ ਦੋਸਤ ਹੈ ਨੇ ਵੱਡੇ ਵੱਡੇ ਅਫਸਰ। ਉਹ ਸਾਈਡ ਦੇ ਉੱਤੇ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ ਕਾਬਲ ਇਤਮਾਦ ਬੰਦਾ ਹੁੰਦਾ ਨਾ, ਜਾਂ ਕਾਬਲ ਇਤਮਾਦ ਸੋਰਸ ਦੇ ਨਾਲ ਜਿਹੜਾ ਬੰਦਾ ਉਹਨਾਂ ਕੋਲ ਆਉਂਦਾ ਹੈ, ਉਹ ਆਪਣੀ ਬੇਟੀ ਦਾ ਨਿਕਾਹ ਕਰਕੇ ਤੇ ਤੋੜ ਦਿੰਦੇ ਨੇ। ਉੱਥੇ ਉਹਨਾਂ ਦੇ ਜਿਸ ਤਰ੍ਹਾਂ ਸਾਡੇ ਇੱਥੇ ਨਾ ਜਹੇਜ਼ ਤੇ ਇਹ ਉਹ ਲਟਰਮ ਪਟਰਮ, ਇਸ ਤਰ੍ਹਾਂ ਉੱਥੇ ਇੱਕ ਉਹਨੂੰ ਕਹਿੰਦੇ ਨੇ ਬਰਮਾਲਾ ਕਰਕੇ ਕੋਈ ਇਸ ਤਰ੍ਹਾਂ ਕਰਕੇ ਨਾ, ਉਹਦੇ 'ਚ ਇੱਕ ਹੈ ਕਿ ਅਮਾਊਂਟ ਜਿਹੜੀ ਹੈ ਨਾ ਉਸ ਬੱਚੀ ਦੇ ਸਟੇਟਸ ਦੇ ਮੁਤਾਬਕ, ਉਸ ਬੱਚੀ ਦੀ ਫੈਮਿਲੀ ਦੇ ਅਮਾਊਂਟ ਦੇਣੀ ਪੈਂਦੀ ਹੈ। ਉਹ ਕੋਈ ਇਹ ਨਹੀਂ ਹੁੰਦਾ, ਉਹ ਅਸੀਂ ਤੇ ਕਹਿੰਦੇ ਹਾਂ ਨਾ ਕਿ ਉਹ ਵੇਚਦੇ ਨੇ, ਨਹੀਂ ਇਹ ਚੀਜ਼ ਨਹੀਂ ਹੁੰਦੀ। ਉਹ ਜਸਟ ਮਹਿਮਾਨਾਂ ਦੇ ਇਕੱਠੇ ਹੋਣ ਦਾ ਉਹ ਕਹਿੰਦੇ ਨੇ, ਕਿਉਂਕਿ ਬੱਚੀ ਜਿਹੜੀ ਹੈ ਉਹਦੇ ਨਿਕਾਹ 'ਚ ਜਦੋਂ ਆਉਂਦੀ ਹੈ ਤੇ ਉਹ ਸਾਰੀ ਜ਼ਿੰਮੇਵਾਰੀ ਉਹ ਲੜਕੇ 'ਤੇ ਆਉਂਦੀ ਹੈ। ਉਹ ਸਾਰੇ ਅਖਰਾਜਾਤ ਬੱਚੀ ਨੂੰ ਜਿਹੜਾ ਉਹਨਾਂ ਨੇ ਸਮਾਨ ਦੇਣਾ ਹੈ, ਮਹਿਮਾਨਾਂ ਦਾ ਖਰਚਾ, ਉਹ ਇੱਕ ਲਮਸਮ ਅਮਾਊਂਟ ਜਿਹੜੀ ਉਹਨਾਂ ਨੂੰ ਦੇਣੀ ਪੈਂਦੀ ਹੈ। ਤੇ ਉਹ 30-40 ਹਜ਼ਾਰ ਵੀ ਹੋ ਸਕਦੀ ਹੈ, ਬੱਚੀ ਦੇ ਸਟੇਟਸ ਦੇ ਮੁਤਾਬਕ ਹੈ ਨਾ, ਲੱਖ ਵੀ ਹੋ ਸਕਦੀ ਹੈ, 1.5 ਲੱਖ ਵੀ ਹੋ ਸਕਦੀ ਹੈ, 60-70 ਵੀ ਹੋ ਸਕਦੀ ਹੈ। ਤੇ ਉਹ ਇਹ ਵੇ ਕਿ ਦੋਵੇਂ ਭਰਾ ਨਿਕਲ ਜਾਵਾਂਗੇ। ਹਾਂ ਇਹ ਕੰਮ ਕਰਾ ਦੋ। ਹਾਂ ਤੇ ਤੂੰ ਇੱਥੋਂ ਛੁੱਟੀਆਂ ਤੇ ਤੇਰੀਆਂ ਵਾਹਵਾ ਜਮ੍ਹਾਂ ਹੋਈਆਂ ਹੋਣੀਆਂ ਨੇ, ਬੜੀ ਛੁੱਟੀ। ਹਾਂ ਤੇ ਮੈਨੂੰ ਵੀ 3 ਮਹੀਨੇ ਦੀਆਂ ਛੁੱਟੀਆਂ ਹੋ ਜਾਣੀਆਂ ਨੇ, ਠੀਕ ਹੈ। ਤੇ ਦੋਵੇਂ ਭਰਾ ਨਿਕਲ ਜਾਵਾਂਗੇ ਉੱਥੇ ਇਨਸ਼ਾਅੱਲਾ ਤਾਲਾ। ਇੱਕ ਅੱਧਾ ਵਿਆਹ ਤੂੰ ਕਰ ਲਈ ਤੇ ਮੇਰਾ ਦਾ ਲੱਗਾ ਤੇ ਮੈਂ ਵੀ ਕਰ ਲਾਂਗਾ ਇੱਕ ਅੱਧਾ, ਤੇ ਨਾਲ ਬਈ ਹਮੀਦ ਨੂੰ ਲੈ ਜਾਵਾਂਗੇ, ਉੱਥੋਂ ਬੱਚੀਆਂ ਨਿਕਾਹ ਕੇ ਤੇ ਲੈ ਆਵਾਂਗੇ। ਤੇ ਜਿੰਨੀ ਦੇਰ ਉਹ ਚੱਲੇਗਾ ਅੱਲਾ ਦੀ ਮਿਹਰਬਾਨੀ ਨਾਲ ਉਹਨਾਂ ਨੇ ਚਲਾਇਆ ਜੇ ਰਿਸ਼ਤੇ ਨੂੰ ਇੱਕ ਜਾਇਜ਼ ਤਰੀਕੇ ਨਾਲ। ਤੁਹਾਡੇ ਜਿਹੜੇ ਜਾਇਜ਼ ਜ਼ਰੂਰੀਆਤ ਨੇ ਨਾ, ਇਸ਼ਾਰਤਨ ਮੈਂ ਅਰਜ਼ ਕਰ ਰਿਹਾ, ਉਹ ਤੇ ਕਮ ਸੇ ਕਮ ਪੂਰੀਆਂ ਹੋ ਜਾਣਗੀਆਂ ਨਾ। ਜਿਸ ਤਰ੍ਹਾਂ ਹੁਣ ਸਾਨੂੰ ਭੁੱਖ ਲੱਗਦੀ ਹੈ ਨਾ, ਤੇ ਖਾਣਾ ਜਿਹੜਾ ਨਾ ਇਹ ਸਾਡੀ ਜਾਇਜ਼ ਜ਼ਰੂਰਤ ਹੈ। ਉਹ ਅਸੀਂ ਉਸ ਤਰੀਕੇ ਨਾਲ ਖਾਣੇ ਵਾਸਤੇ ਤਗੋਦੋ ਕਰਨੀ ਹੈ ਜਿਸ ਤਰੀਕੇ ਨਾਲ ਅੱਲਾਹ ਪਾਕ ਨੇ ਦੱਸਿਆ ਹੈ। ਇਹ ਵੀ ਰਿਜ਼ਕ ਦੀ ਕਿਸਮ ਹੈ, ਇਹਦੇ ਵਾਸਤੇ ਵੀ ਅਸੀਂ ਉਸ ਤਰੀਕੇ ਨਾਲ ਤਗੋਦੋ ਕਰਨੀ ਹੈ ਜਿਸ ਤਰ੍ਹਾਂ ਅੱਲਾਹ ਪਾਕ ਨੇ ਇਜਾਜ਼ਤ ਦਿੱਤੀ ਹੈ, ਠੀਕ ਹੈ। ਤੇ ਇਨਸ਼ਾਅੱਲਾ ਤਾਲਾ ਕੋਈ ਮਸਲਾ ਹੀ ਨਹੀਂ ਹੈ। ਤੁਸੀਂ ਪਤਾ ਕਰ ਦਿਓ, ਠੀਕ ਹੈ। ਮੈਨੂੰ ਤੇ ਐਸੀ ਵੀ ਇਹ ਚਾਹੀਦਾ ਕਿ ਨਾ ਕੋਈ ਜਾਣਾ ਪਏ ਨਾ ਕੋਈ ਸਿਆਪਾ, ਇੱਕ ਵਾਰੀ ਬੰਦਾ ਜਾਏ ਤੇ ਬਸ ਆਪਣਾ ਮਸਲਾ ਹੱਲ ਕਰੇ। ਬਲਕਿ ਇੱਕ ਹੋਰ ਮੇਰੇ ਦੇਣ 'ਚ ਆ ਰਹੀ ਗੱਲ, ਇੱਧਰ ਸਿਆਲਕੋਟ ਵਾਲੀ ਸਾਈਡ 'ਤੇ ਨਾ ਜਾਣਨ ਵਾਲੇ ਹੈ ਨੇ, ਇੱਕ ਰਿਸ਼ਤਾ ਇਹਨਾਂ ਨੂੰ ਜ਼ਰੂਰਤ ਸੀ ਡਾਕਟਰ ਲੜਕੇ ਦੀ। ਅੱਛਾ, ਮਤਲਬ ਬੱਚੀ ਡਾਕਟਰ ਹੈ ਤੇ ਇਹਨਾਂ ਨੂੰ ਚਾਹੀਦਾ ਸੀ ਰਿਸ਼ਤਾ ਡਾਕਟਰ ਲੜਕਾ, ਠੀਕ ਹੈ। ਤੇ ਉਹ ਮੇਰੇ ਨਾਲ ਇਹਨਾਂ ਨੇ ਗੱਲ ਕੀਤੀ, ਮੈਂ ਉਦੋਂ ਗੱਲ ਹੀ ਕਰ ਰਿਹਾ ਸੀ ਕਿਸੇ ਨਾਲ ਨਾ ਫੋਨ ਦੇ ਉੱਤੇ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਕਿੰਨੇ ਰਿਸ਼ਤੇ ਇੱਕਦਮ ਦੱਸ ਦਿੱਤੇ, ਠੀਕ ਹੈ। ਤੇ ਉਹਨਾਂ 'ਚੋਂ ਇਨਸ਼ਾਅੱਲਾ ਕਿਸੇ ਨਾਲ ਜਿਹੜਾ ਨਾ ਬੜੇ ਅੱਛੇ ਰਿਸ਼ਤੇ ਉਹਨਾਂ ਨੇ ਇੱਕਦਮ ਹੀ ਦੱਸ ਦਿੱਤੇ ਨਾ। ਤੇ ਤੇਰੀ ਅਗਰ ਮੈਂ ਗੱਲ ਕਰਾਂਗਾ ਤੇ ਤੇਰੇ ਮੈਚ ਦੀ ਵੀ ਸਾਨੂੰ ਅਗਰ ਪੰਜਾਬੀ ਕੋਈ ਚਾਹੇਗਾ ਨਾ, ਤੇ ਪੰਜਾਬੀ ਵੀ ਖੂਬਸੂਰਤ ਜਫਾਕਾਸ਼ ਪੜ੍ਹੀ ਲਿਖੀ ਇਨਸ਼ਾਅੱਲਾ ਤੇਰੇ ਮੈਚ ਦੀ ਸਾਨੂੰ ਮਿਲ ਜਾਏਗੀ। ਮੈਂ ਤੇ ਇਸ ਵਾਸਤੇ ਤੇਰਾ ਕੇਸ ਸੀਰੀਅਸਲੀ ਨਹੀਂ ਲਿਆ ਕਿ ਮੈਨੂੰ ਇਹ ਹੀ ਸੀ, ਸਲਮਾ ਫੁੱਫੋ ਨੇ ਮੈਨੂੰ ਇਹੀ ਕਿਹਾ ਸੀ, ਉਹ ਕਹਿੰਦਾ ਜੀ ਬਹੁਤ ਖੂਬਸੂਰਤ ਹੋਏ। ਨਹੀਂ ਉਹ ਦੇਖੋ ਜੀ ਗੱਲ ਤੁਸੀਂ ਇਹੀ ਕਿਹਾ ਸੀ ਨਾ ਕਿ ਬਹੁਤ ਜ਼ਿਆਦਾ ਸਖਤ ਖੂਬਸੂਰਤ ਹੋਏ। ਯਾਦ ਹੋਏਗਾ ਤੁਹਾਨੂੰ ਅੱਜ ਤੋਂ 10 ਸਾਲ ਪਹਿਲੇ ਤੁਸੀਂ ਮੈਂ ਕਿਹਾ ਜੀ ਇੰਨੀ ਖੂਬਸੂਰਤ ਅਗਰ ਲੱਭੇ ਤੇ ਉਹ ਮੈਂ ਹੀ ਨਾ ਕਰ ਲਾਂਗਾ। ਅੱਛਾ ਯਾਦ ਹੋਏਗਾ ਤੁਹਾਨੂੰ ਅੱਜ ਤੋਂ 10 ਸਾਲ ਪਹਿਲੇ 15 ਸਾਲ ਪਹਿਲੇ, ਇੱਕ ਮਿੰਟ 2013-14 ਦੀ ਗੱਲ ਹੈ। ਉਹ ਇੱਥੇ ਭਾਟੀ ਦੇ ਕੋਲ ਰਿਸ਼ਤਾ ਤੁਹਾਨੂੰ ਦੱਸਿਆ ਸੀ, ਉਹ ਤਾਂ ਬੱਚੀ ਤਾਂ ਹੋ ਗਿਆ, ਹੁਣ ਤਾਂ ਮੈਂ ਕਿਹਾ ਉਹਦੇ ਕਈ ਬੱਚੇ ਹੋਣਗੇ। ਇਹਨਾਂ ਨੇ ਕਿਹਾ ਸੀ ਨਹੀਂ ਜੀ ਸਾਨੂੰ ਪਸੰਦ ਨਹੀਂ। ਹਾਲਾਂਕਿ ਉਹ ਪੜ੍ਹੇ ਲਿਖੇ ਔਰ ਬੜੇ ਸੁਲਝੇ ਖਾਨਦਾਨੀ ਲੋਕ ਸਨ, ਔਰ ਉਹਦੇ 4 ਭਰਾ ਤੇ ਉਹਨਾਂ ਦਾ ਬਾਪ ਸਾਰੀ ਜ਼ਿੰਦਗੀ 40-50 ਸਾਲ ਤੋਂ ਸਾਊਥ ਅਫਰੀਕਾ ਨੇ, ਚੰਗੇ ਠੀਕ ਠਾਕ ਲੋਕ ਨੇ। ਚਲੋ ਉੱਥੇ ਅਸੀਂ ਤੇ ਨਹੀਂ ਕਹਿੰਦੇ, ਉੱਥੇ ਮੁਕੱਦਰ ਹੁੰਦਾ ਤੇ ਹੋ ਜਾਂਦਾ। ਤੇ ਇਹਨਾਂ ਨੇ ਕਿਹਾ ਜੀ ਕਿ ਉਹ ਸਾਨੂੰ ਤੇ ਚਾਹੀਦੀ ਹੈ ਕਿ ਕੋਈ ਬਹੁਤ ਹੀ ਜ਼ਿਆਦਾ ਸਖਤ ਖੂਬਸੂਰਤ ਹੋਵੇ। ਮੇਰੇ ਮੂੰਹ ਤੇ ਕੁਛ ਨਹੀਂ, ਤੁਹਾਡੇ ਮੂੰਹ ਤੇ ਕੁਛ ਨਹੀਂ, ਠੀਕ ਹੈ। ਅਸਲ ਮਸ਼ਵਰੇ ਇੱਧਰ ਸੱਜੇ ਖੱਬੇ ਹੁੰਦੇ ਨੇ, ਨਹੀਂ ਹੁਣ ਇੱਕ ਮੈਂ ਤੇਰੇ ਵਾਸਤੇ ਐਫਰਟ ਉਦੋਂ ਕਰਨੀ ਹੈ। ਹੁਣ ਮੈਂ ਸਲਮਾ ਨੂੰ ਇੱਥੇ ਬਿਠਾਉਣਾ ਹੈ, ਮੈਂ ਉਹਨਾਂ ਨੂੰ ਕਹਿਣਾ ਕਿ ਮੈਂ ਇਸ ਬੱਚੇ ਦੀ ਸ਼ਾਦੀ ਬਹਸੀਅਤ ਬਾਪ, ਵੱਡਾ ਭਾਈ ਹੋਣ ਦੇ, ਬਹਸੀਅਤ ਬਾਪ ਹੋਣ ਦੇ ਮੈਂ ਇਹਦੀ ਕਰਨ ਲੱਗਾ ਜੇ ਤੇ ਤੁਹਾਨੂੰ ਇਤਰਾਜ਼ ਹੈ ਤੇ ਮੈਨੂੰ ਪਹਿਲੇ ਦੱਸ ਦਿਓ, ਮੈਂ ਟੁੱਟਦਾ ਹੀ ਨਹੀਂ ਇਸ ਰਾਹ 'ਤੇ।
ਠੀਕ ਹੈ। ਤੇ ਜੇ ਮੈਨੂੰ ਫ੍ਰੀ ਹੈਂਡ ਤੁਸੀਂ ਦਿੰਦੇ ਹੋ, ਮੈਂ ਤੇ ਜਿਹੜਾ ਵੀ ਕੰਮ ਕਰਦਾ, ਮੈਂ ਕਹਾਂ ਮੈਨੂੰ ਕੋਈ ਕੰਮ ਕਹਿੰਦਾ, ਉਹਨੂੰ ਕਹਿੰਦੇ ਜੀ ਮੈਂ ਤੇ ਫ੍ਰੀ ਹੈਂਡ ਲੈਣਾ ਹੈ, ਠੀਕ ਹੈ। ਤੇ ਜੇ ਨਹੀਂ ਵਾਰੇ ਖਾਂਦਾ ਜੇ ਤਾਂ ਠੀਕ ਹੈ, ਨਹੀਂ ਵਾਰੇ ਖਾਂਦਾ ਤੇ ਤੁਹਾਡਾ ਉਹ ਰਸਤਾ, ਮੇਰਾ ਉਹ ਰਸਤਾ। ਮੈਂ ਤੇ ਵੈਸੇ ਹੀ ਅੱਜ ਤੇ ਬੈਠਾ ਰਿਟਾਇਰਮੈਂਟ ਦੇ ਕੋਲ ਹਾਂ, ਅਲਹਮਦੁਲਿਲਾ। ਹਾਂ, ਤੇ ਮੈਨੂੰ ਤੇ ਉਹਨਾਂ ਨੇ 2 ਕਰੋੜ ਦੀ ਆਫਰ ਵੀ ਦੇ ਦਿੱਤੀ ਹੈ। ਗੋਲਡਨ ਚੈਕ ਹੈ। ਹਾਂ, ਉਹ ਮਤਲਬ ਅਲਹਮਦੁਲਿਲਾ ਗਸਟਡ ਹੈ ਨਾ ਮੈਂ, ਗੈਸਟਡ ਆਫਿਸਰ ਹੈ। ਤੇ ਨਾਲੇ ਸਰਵਿਸ ਵੀ ਮੇਰੀ ਅੱਲਾ ਦਾ ਸ਼ੁਕਰ ਹੈ ਕਾफ़ी ਹੋ ਗਈ है, 30-35 साल सर्विस हो गई है। नहीं वो नहीं देखना, वो बंद हो गया। वो आपके आने से पहले बड़ी फाइट हुई है। और नहीं हो सकती ना, नहीं खुलना। और नहीं मैं कोई भाई किसी का, बस ये मेरे सूलों के आगे कोई भाई नहीं है, ये सूल है। नहीं यही खुटियाँ बनी हुई हैं, इसी तरह के बने हुए हैं। नहीं देना अब नहीं देनी। अभी मैंने बड़ी मुश्किल जंप लगा के खोला, लगाया था, मैंने नहीं देना। लड़ाई खत्म की बड़ी मुश्किल मैंने, सीधी सी बात है। मैं अपने घर में लड़ाई पसंद नहीं करता। मार लो, ये तो सही पीछे चेन है। ऊपर से जाके देख लो, छत से जाके देख लो, जाके इतना विजिट करना कि कितना मोहल्ले वकू है। 17 मोहल्ले वो खुला हुआ, जाके देख लो। अच्छा सलमा जाके अच्छा सारा गल सुन, सलमा पुप्पो ਨੂੰ ਭੇਜੀ ਇੱਧਰ ਜਰਾ मैं गल करनी। एडी मुश्किल में टप के आया उधर, तो मैं ताला ला के जब मुकाया रोजाना दी खिल के घर च सुकून ही नहीं है। उधरों सुन के साडी मां आ जाती है, उधरों सुन के आया वो इंज कर ला, वो डिक्टेशन लेंदी है। कोई तरीका है अपने अपने घर च रहो। की कह रहे हैं अभी समझ नहीं आ रही। ਪੁੱਛਦਾ ठीक ठाक है ਸਾਡਾ ਜੀ ਨਾ ਆਰਾਮ ਕਰ ਦਿੱਤਾ। ਮਜ਼ਾਕ ਨਹੀਂ, ਸਹੀ ਗੱਲ ਹੈਗੀ ਹੈ। ਪਿੱਛੇ ਹੀ ਨਹੀਂ ਛੱਡਦੇ ਸਾਨੂੰ, ਕੱਲੇ ਵੀ ਕਰਦਾ, ਰੋਟੀ ਵੀ ਅਸੀਂ ਬਾਹਰੋਂ ਖਾਣੇ, ਫਿਰ ਵੀ ਸਾਡਾ ਪਿੱਛਾ ਨਹੀਂ ਲੋਕ ਛੱਡਦੇ। ਪਤਾ ਨਹੀਂ ਕੀ ਚਾਹੁੰਦੇ ਨੇ ਇਹ ਲੋਕ ਸਾਡੇ ਕੋਲ। ਮੈਨੂੰ ਯਕੀਨ ਹੈ ਅੱਜ ਤੋਂ 6 ਮਹੀਨੇ ਬਾਅਦ ਤੇਰੇ ਬੱਚੇ ਨਹੀਂ, ਕਮ ਸੇ ਕਮ ਤੇਰੀ बीवी ਜ਼ਰੂਰ ਹੋਏਗੀ। ਆ ਜਾਓ ਸਲਮਾ ਪੁੱਪਾ ਇੱਥੇ ਇੱਧਰ ਆਓ ਮੇਰੇ ਕੋਲ। ਨਹੀਂ ਉਹ ਨਹੀਂ ਇੱਧਰ ਮੇਰੇ ਕੋਲ ਬੈਠੋ। ਇਹ ਅੱਛਾ ਗੱਲ ਇਹ ਵੇ, ਤੁਸੀਂ ਉਹ ਕਾਕੇ ਦੀ ਮਾਂ, ਠੀਕ ਹੈ। ਇਸ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੱਕ ਇਹਦੇ ਉੱਤੇ ਤੁਹਾਡਾ, ਠੀਕ ਹੈ। ਮੈਂ ਇਹਦਾ ਵੱਡਾ ਭਰਾ ਹਾਂ, ਠੀਕ ਹੈ ਨਾ। ਤੇ ਇਹ ਮੇਰੇ ਲਈ ਇੰਝ ਹੀ ਹੈ ਜਿਸ ਤਰ੍ਹਾਂ ਅਬਦੁੱਲਾ, ਠੀਕ ਹੈ। ਮੈਂ ਹੁਣ ਇਸ ਬੱਚੇ ਨਾਲ ਆਪਣੇ ਇਹਦੀ ਸ਼ਾਦੀ ਦੇ ਮੁਤਲਕ ਡਿਸਕਸ਼ਨ ਕੀਤੀ ਹੈ, ਠੀਕ ਹੈ। ਤੇ ਹਾਂ ਰੌਲਾ ਹੀ ਸਾਜੀ ਦਾ ਹੋਰ ਕੀ। ਅੱਛਾ ਤੇ ਨਹੀਂ ਥੋੜਾ ਜਿਹਾ ਹੱਸ ਕੇ ਵਿਖਾਓ। ਮੈਂ ਕਿਹਾ ਰੌਲਾ ਹੀ ਸਾਜੀ ਦਾ ਹੈ। ਅੱਛਾ ਹੁਣ ਇਹ ਵੇ ਕਿ ਮੈਂ ਇਹਦੇ ਸਾਹਮਣੇ ਨਾ ਇੱਕ ਪ੍ਰੋਗਰਾਮ ਸ਼ਡਿਊਲ ਇੱਕ ਲਾਏ ਅਮਲ ਰੱਖਿਆ। ਮੈਂ ਕਿਹਾ ਅਸੀਂ ਦੋਨੋਂ ਨਿਕਲਦੇ ਹਾਂ ਤੇਰੀ ਸ਼ਾਦੀ ਵਾਸਤੇ। ਪਹਿਲੇ ਤੇ ਇੱਥੇ ਕੋਸ਼ਿਸ਼ ਕਰਦੇ ਹਾਂ ਪੰਜਾਬ 'ਚ, ਤੇ ਇਨਸ਼ਾ ਤਾਲਾ ਬੜੀ ਉਮੀਦ ਹੈ ਅੱਲਾ ਦੇ ਕਰਕੇ ਇੱਥੇ ਹੀ ਹੋ ਜਾਣਾ ਕੰਮ, ਠੀਕ ਹੈ। ਜੇ ਇੱਥੇ ਨਾ ਹੋਇਆ ਤੇ ਫਿਰ ਅਸੀਂ ਦੋਵੇਂ ਜਿਹੜਾ ਨਾ ਨਾਰਾਇਣ ਕਗਾਨ ਸਵਾਤ ਚਲੇ ਜਾਵਾਂਗੇ, ਤੇ ਬਾਊ ਚਾਚੇ ਦੀ ਤਰ੍ਹਾਂ ਕੋਈ ਨਾ ਕੋਈ ਬੱਕਰੀ ਉੱਥੋਂ ਲੈ ਆਵਾਂਗੇ ਇਨਸ਼ਾਅੱਲਾ। ਇੱਕ ਤੂੰ ਲੈ ਇੱਕ ਮੈਂ ਲੈ ਆਵਾਂਗਾ। ਤੁਹਾਡੇ ਵੱਲੋਂ ਇਜਾਜ਼ਤ ਹੈ ਨਾ? ਤੂੰ ਤੇ ਰੱਜਦਾ ਹੀ ਨਹੀਂ ਕੱਲੇ ਨਾਰਵਾ ਨਹੀਂ। ਮੇਰੇ ਦਾਦਾ ਅਬੂ ਜਦੋਂ ਬਿਲਕੁਲ ਡੈਥ ਤੋਂ ਥੋੜ੍ਹੇ ਦਿਨ ਪਹਿਲੇ ਮੈਂ ਗਿਆ, ਪੈਗਾਮ ਦੇ ਕੇ ਉਹਨਾਂ ਨੇ ਬੁਲਾਇਆ, ਕਹਿੰਦੇ ਜੀ ਮਰਨ ਤੋਂ ਪਹਿਲੇ ਮੈਨੂੰ ਇੱਕ ਦਫਾ ਮਿਲ ਜਾ। ਮੈਂ ਚਲਾ ਗਿਆ, ਕਹਿੰਦੇ ਤੂੰ ਮੇਰਾ ਵਿਆਹ ਹੀ ਨਹੀਂ ਕਰਾਇਆ। ਤੇ ਮੈਂ ਉਸੇ ਦਾਦੇ ਦਾ ਪੋਤਾ ਹਾਂ ਨਾ, ਤੇ ਮੈਂ ਤੇ ਹਾਲੇ ਟੁੱਟਦਾ ਫਿਰਦਾ, ਅੱਲਾ ਦਾ ਸ਼ੁਕਰ ਹੈ। ਹਾਂਜੀ ਉਹ ਤੇ ਮੇਰੇ ਤੋਂ ਕਿੰਨੇ ਜ਼ਿਆਦਾ ਜ਼ਈਫ ਹੋ ਗਏ ਸਨ, ਮੈਂ ਤੇ ਹਾਲੇ ਟੁੱਟਦਾ ਫਿਰਦਾ ਵੀ, ਅੱਲਾ ਦਾ ਸ਼ੁਕਰ ਹੈ। ਅੱਛਾ ਹੁਣ ਗੱਲ ਇਹ ਵੇ ਕਿ ਮੈਂ ਤੁਹਾਡੇ ਕੋਲੋਂ ਲੈਣੀ ਇਜਾਜ਼ਤ, ਦੂਸਰਾ ਮੈਂ ਲੈਣਾ ਫ੍ਰੀ ਹੈਂਡ, ਠੀਕ ਹੈ। ਅਗਰ ਸਾਹਮਣੇ ਬਹਿਣਾ ਬਸ ਆ ਕੇ ਤੁਹਾਡੀ ਸ਼ਕਲ ਤਾਂ ਮੈਨੂੰ ਨਜ਼ਰ ਆਏ ਕਿ ਖੁਸ਼ੀ ਨਾਲ ਇਜਾਜ਼ਤ ਦਿੰਦੇ ਹੋ ਕਿ ਅੱਛਾ। ਹੁਣ ਇੱਕ ਤਾਂ ਮੈਨੂੰ ਦਿਓ ਇਜਾਜ਼ਤ ਕਿ ਮੈਂ ਹੱਸ ਕੇ ਵਿਖਾਏ। ਉਹ ਠੀਕ ਹੈ। ਮੈਂ ਕੁੱਟਦਾ ਵੀ ਹੁੰਦਾ, ਹੁਣ ਵੀ ਮੈਂ ਅਬਦੁੱਲਾ ਨੂੰ ਮੈਂ ਮੁਰਗਾ ਬਣਾ ਕੇ ਨਾ ਪੁੱਛ ਲਈ ਅਬਦੁੱਲਾ ਹੈਗਾ ਸੇਂ 'ਚ ਮੁਰਗਾ ਬਣਾ ਕੇ ਜਦੋਂ ਦਿਲ ਕਰਦਾ ਚੰਗੀ ਠੇਰ ਦੇ ਨਾਲ ਉਤਰੋ। ਉਹ ਅੱਛਾ ਵਿਆਹ ਤਾਂ ਕਰਾਉਣਾ ਪਹਿਲੇ। ਅੱਛਾ ਹੁਣ ਨਹੀਂ ਵਿਆਹ ਵਾਸਤੇ ਹੁਣ ਜਿਸ ਤਰ੍ਹਾਂ ਮੈਂ ਇਹਨਾਂ ਦੇ ਨਾਲ
ਸਾਰੀ ਬਾਰਗੇਨਿੰਗ ਕਰ ਰਿਹਾ ਨਾ, ਮੈਂ ਤੇਰੇ ਨਾਲ ਵੀ ਕਰਨੀ ਹੈ। ਤੇ ਕਰੋ ਠੀਕ ਹੈ। ਮੈਂ ਕਹਿੰਦਾ ਮੈਂ ਪਹਿਲੇ ਵੀ ਨਹੀਂ ਦੌੜਿਆ ਸੀ। ਅੱਛਾ। ਹਾਂ, ਲੇਕਿਨ ਮੇਰੇ ਉਹ ਮਤਲਬ ਹੁਣ ਇਹ ਵੇ ਕਿ ਉਹ ਹਾਂ ਤੂੰ ਕਬੂਲ ਤੂੰ ਕਰਨਾ ਹੈ ਤੇ ਤੇਰਾ ਵਿਆਹ ਹੋਣਾ ਹੈ ਨਾ। ਤੇਰੇ ਮਤਲਬ ਦੀ ਨਾ ਹੋਵੇ ਤੇ ਤੂੰ ਐ ਨਿਕਾਹ ਦੇ ਟਾਈਮ ਤੇ ਕਹਿੰਦਾ ਜੀ ਮੈਂ ਨਹੀਂ ਮੰਨਦਾ। ਅੱਛਾ ਚਲੋ ਅੱਗੇ ਗੱਲ ਕਰੋ। ਅੱਛਾ, ਗੱਲ ਇਹ ਵੇ ਕਿ ਸਭ ਤੋਂ ਪਹਿਲੇ ਨਾ ਜਿਹੜਾ ਤੇਰੇ ਵਿਆਹ ਦਾ ਪਹਿਲਾ ਜਿਹੜਾ ਅਸੂਲ ਹੈ, ਤੂੰ ਹੁਣ ਇੱਥੇ ਬੈਠਣਾ ਆਪਣੀ ਅੰਮੀ ਦੇ ਕਦਮਾਂ 'ਚ, ਠੀਕ ਹੈ। ਪੈਰ ਫੜ ਕੇ ਲੈਣੀ ਆਪਣੀ ਅੰਮੀ ਦੀ ਦੁਆ, ਠੀਕ ਹੈ। ਪਹਿਲੇ ਮੈਂ ਉਹਨਾਂ ਦੇ ਨਾਲ ਸੌਦਾ ਕਰ ਲਾਂ। ਹਾਂਜੀ ਹਾਂਜੀ, ਸੌਦਾ ਮਨਜ਼ੂਰ ਹੈ। ਇਹਦੀ ਸ਼ਾਦੀ ਕਰਨੀ ਹੈ ਮੈਂ, ਜਿਹੜੀ ਮੇਰੇ ਦਿਲ ਨੂੰ ਅੱਛੀ ਲੱਗੇਗੀ। ਬਾਕੀ ਹਾਂ ਤੇ ਨਹੀਂ ਕਰਨੀ ਹੈ ਨਾ। ਹਾਂ ਕਰੇਗਾ ਤੇ ਵਿਆਹ ਹੋਏਗਾ। ਤੇ ਕੱਲ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਕਿਹੜੀ ਇਹਦੇ ਪੱਲੇ ਬੰਨ੍ਹ ਦਿੱਤੀ ਨਹੀਂ, ਮੈਂ ਨਹੀਂ ਕਹਿਣਾ, ਨਾ ਤੁਸੀਂ ਕਹਿਣਾ ਤੇ ਨਾ ਇਹਨੇ ਕਹਿਣਾ, ਕਿਉਂਕਿ ਇਹਨੇ ਹਾਂ ਕਰਨੀ ਤੇ ਸ਼ਾਦੀ ਹੋਣੀ ਹੈ। ਤੇ ਅਸੀਂ ਬਾਜ਼ਾਰ ਕੋ ਸੌਦਾ ਲੈਣ ਜਾਈਦਾ ਨਾ, ਖਰਬੂਜ਼ਾ, ਉਹ ਕਹਿੰਦਾ ਜੀ ਬੜਾ ਮਿੱਠਾ, ਇਹ ਉਹ, ਘਰ ਆ ਕੇ ਭਾਵੇਂ ਕੋੜਾ ਨਿਕਲ ਆਏ, ਫਿੱਕਾ ਨਿਕਲ, ਉਹ ਇਹਦੀ ਕਿਸਮਤ ਹੋਣੀ ਹੈ, ਠੀਕ ਹੈ। ਤੇ ਮੈਨੂੰ ਅੱਲਾਹ ਤਾਲਾ ਦੇ ਘਰ ਇੰਨੀ ਉਮੀਦ ਹੈ ਕਿ ਜਿਸ ਰਾਏ ਅੱਲਾ ਦੀ ਮਿਹਰਬਾਨੀ ਨਾਲ ਤੁਸੀਂ ਮੈਨੂੰ ਬਚਪਨ ਤੋਂ ਦੇਖਿਆ ਹੈ ਕਿ ਜਿਸ ਰਾਏ ਮੈਂ ਟੁਰਿਆ ਨਾ, ਉਹ ਮੇਰੇ ਸੋਹਣੇ ਮਾਲਕ ਨੇ ਮੈਨੂੰ ਕਾਮਯਾਬੀ ਦਿੱਤੀ ਹੈ, ਉਹਦੀ ਸ਼ਾਨ ਕਰੀਮੀ ਦੇ ਸਦਕੇ। ਇਹ ਅੱਲਾਹ ਪਾਕ ਦਾ ਮੇਰੇ ਤੇ ਬੜਾ ਹੀ ਕਰਮ ਹੈ। ਮੈਂ ਬਚਪਨ 'ਚ ਨਾ ਇਹਦੇ ਜਿੱਡਾ ਸਾਂ, ਮੈਂ ਕਿਹਾ ਯਾ ਅੱਲਾ ਮੈਂ ਤੇਰੇ ਕੋਲ 16ਵਾਂ ਸਕੇਲ ਲੈਣਾ ਹੈ। ਹੁਣ ਅੱਲਾ ਦਾ ਸ਼ੁਕਰ ਹੈ। ਤੂੰ ਬਚਪਨ ਤੋਂ ਲੈ ਕੇ ਮੈਨੂੰ ਸਾਰਾ ਪਤਾ ਹੈ, ਤੂੰ ਕਦੀ ਮਾਂ ਨੂੰ ਨਹੀਂ ਸਤਾਇਆ। ਹਾਂਜੀ। ਅੱਛਾ, ਉਹਦਾ ਨਹੀਂ ਹੁਣ ਗਿਲੇ ਸ਼ਿਕਵੇ ਨਹੀਂ ਕਰਨੇ, ਠੀਕ ਹੈ। ਉਹ ਮੈਨੂੰ ਸਾਰਾ ਪਤਾ ਹੈ, ਤੁਹਾਡੇ ਕਿਉਂ ਬਗੈਰ ਮੈਨੂੰ ਪਤਾ। ਮੈਂ ਤੁਹਾਡੇ ਕਿਉਂ ਬਗੈਰ ਮੈਂ ਕਿਹਾ ਨਾ ਕਿ ਜਿਹੜਾ ਅਸੀਂ ਇੱਕ ਮੁਹਿੰਮ 'ਤੇ ਨਿਕਲਣਾ, ਮੈਂ ਤੇ ਅਜ਼ੀਜ਼ ਨੇ, ਉਸ ਮੁਹਿੰਮ ਦਾ ਆਗਾਜ਼ ਇੱਥੋਂ ਹੋਣਾ ਹੈ। ਹੁਣ ਪਹਿਲੇ ਜੋ ਕੁਛ ਹੋ ਗਿਆ, ਗੱਡੀ ਤੇ ਨਿਕਲ ਤੇਰਾ ਵੀ ਕਰਦਾ ਨਾਲ ਆ, ਪਹਿਲੇ ਇਹਦਾ ਮੈਨੂੰ ਕਰ ਲੈਂਦੇ। ਅੱਛਾ, ਅੱਲਾਹ ਪਾਕ ਕਹਿੰਦਾ ਹੈ ਕਿ ਜਿਹੜੇ ਲੋਕ ਅਜ਼ੀਜ਼, ਜਿਹੜੇ ਲੋਕ ਸੱਚੇ ਦਿਲ ਨਾਲ ਤੌਬਾ ਕਰਦੇ ਨੇ ਨਾ, ਅਸੀਂ ਉਹਨਾਂ ਦੇ ਗੁਨਾਹ ਬਖਸ਼ ਦਿੰਦੇ ਹਾਂ। ਨਾ ਸਿਰਫ ਉਹਨਾਂ ਦੇ ਗੁਨਾਹ ਬਖਸ਼ ਦਿੰਦੇ ਹਾਂ, ਬਲਕਿ ਉਹਨਾਂ ਦੇ ਗੁਨਾਹਾਂ ਨੂੰ ਨੇਕੀਆਂ 'ਚ ਬਦਲ ਦਿੰਦੇ ਹਾਂ। ਉਹ ਇੱਕ ਵਾਕਿਆ ਇਸ ਤਰ੍ਹਾਂ ਦਾ ਆਉਂਦਾ ਕਿ ਇੱਕ ਆਦਮੀ ਜਿਹੜਾ ਨਾ, ਜਦੋਂ ਅੱਗੇ ਜਾਵਾਂਗੇ ਅਸੀਂ, ਉਹ ਕਹੇਗਾ ਇਹ ਮੇਰੇ ਨਾਮਾ ਮਾਲ 'ਚ ਤਾਂ ਇੰਨੀਆਂ ਨੇਕੀਆਂ ਹੈ ਹੀ ਨਹੀਂ। ਇੱਕ ਮਿੰਟ ਬੇਟੇ ਚੁੱਪ ਕਰ, ਮੇਰੇ ਨਾਮਾ ਮਾਲ 'ਚ ਇੰਨੀਆਂ ਨੇਕੀਆਂ ਕਿੱਥੋਂ ਆ ਗਈਆਂ, ਮੈਂ ਤਾਂ ਬੜਾ ਗੁਨਾਹਗਾਰ ਬੰਦਾ। ਤੇ ਉਹ ਫਿਰ ਉਹਨੂੰ ਦੱਸਿਆ ਜਾਏਗਾ ਕਿ ਇਹ ਤੇਰੇ ਗੁਨਾਹ ਸਨ, ਜਦੋਂ ਤੂੰ ਤੌਬਾ ਕੀਤੀ ਤੇ ਅੱਲਾਹ ਪਾਕ ਨੇ ਉਹਨਾਂ ਨੂੰ ਨੇਕੀਆਂ 'ਚ ਬਦਲ ਦਿੱਤਾ, ਠੀਕ ਹੈ ਨਾ। ਤੇ ਹੁਣ ਬਈ ਪਹਿਲਾ ਸਟੈਪ ਤੇਰਾ ਇਹ ਵੇ ਕਿ ਤੂੰ ਇੱਥੇ ਬਹਿਣਾ ਜ਼ਮੀਨ 'ਤੇ ਆਪਣੀ ਅੰਮੀ ਦੇ ਪੈਰ ਫੜਨੇ ਨੇ, ਜਿਨ੍ਹਾਂ ਪੈਰਾਂ ਥੱਲੇ ਤੇਰੀ ਜੰਨਤ ਹੈ, ਇਸ ਦੁਨੀਆ 'ਚ ਵੀ ਤੇ ਅੱਗੇ ਵੀ, ਠੀਕ ਹੈ। ਉਹ ਪੈਰ ਫੜ ਕੇ ਲੈਣੀ ਹੈ ਦੁਆ, ਉਹ ਦੁਆਵਾਂ ਨੇ ਤੇ ਟੈਨਸ਼ਨ ਉਹ ਮਾਂ ਕੋਲੋਂ ਦੁਆ ਲਏਗਾ ਤੇ ਅੱਗੇ ਅਸੀਂ ਟੁਰਾਂਗੇ। ਇਹ ਕੋਈ ਮੁਸ਼ਕਲ ਕੰਮ ਨਹੀਂ ਹੈ। ਇਹ ਦੇਖ, ਇਹ ਇਸ ਤਰ੍ਹਾਂ ਕਰਕੇ ਨਾ, ਇਸ ਤਰ੍ਹਾਂ ਬਹਿ ਜਾਣਾ, ਇਸ ਤਰ੍ਹਾਂ ਪੈਰ ਫੜਨੇ ਨੇ, ਪਤਾ ਕੀ ਗੱਲ ਹੈ ਜਿਸ ਤਰ੍ਹਾਂ ਕਰੋ ਕੰਮ ਕਹਿਣਾ ਮਾਂ ਜੀ ਮੈਨੂੰ ਦੁਆ ਦਿਓ, ਤੇ ਤੁਸੀਂ ਇਸ ਤਰ੍ਹਾਂ ਸਿਰ ਤੇ ਹੱਥ ਰੱਖਣਾ, ਤੇ ਤੁਸੀਂ ਕਹਿਣਾ ਕਿ ਜਾ ਅੱਲਾ ਤੇਰਾ ਵਿਆਹ ਕਰਾਏ। ਤੇਰਾ ਵਿਆਹ ਹੋ ਜਾਏਗਾ। ਉਹ ਮੇਰਾ ਤੇ ਹੋ ਜਾਏ। ਸਾਰੀਆਂ ਦੁਆਵਾਂ ਉਹਨਾਂ ਵਾਸਤੇ। ਅੱਛਾ, ਮੈਂ ਇਹ ਹੁਣ ਬੇਟੇ ਇਹ ਤੇਰਾ ਪਹਿਲਾ ਸਟੈਪ ਹੈ। ਇਹਦੇ ਇਹ ਕੋਈ ਗੱਲ ਹੈਗੀ ਕਿ ਮੈਂ ਪੁੱਛੋ ਨਾ ਕਿ ਕਿਹੜੀ ਗੱਲ ਮੈਂ ਗਿਲੇ ਸ਼ਿਕਵੇ ਤੁਹਾਡੇ ਦੋਵਾਂ ਦੇ ਸੁਣਾਂਗੇ। ਮੈਂ ਮੇਰੀ ਮਾਂ ਅਸੂਲ ਦੀ ਦੇਖੋ ਜੀ, ਮੇਰੀ ਕੋਈ ਇਹਨਾਂ ਨਾਲ ਲੜਾਈ ਨਹੀਂ ਕੀਤੀ। ਦੇਖੋ ਮੈਂ ਇਹ ਚਾਹਨਾ, ਮੇਰੀ ਗੱਲ ਮੈਂ ਤੇਰੀ ਸਾਰੀ ਗੱਲ ਸੁਣਾਂਗਾ, 2 ਘੰਟੇ 4-5 ਘੰਟੇ ਸੁਣਾਂਗਾ। ਇਹ ਮੇਰੀ ਮਾਂ ਹੈ, ਠੀਕ ਹੈ, ਤੂੰ ਮੇਰਾ ਬੇਟਾ ਹੈ। ਹੁਣ ਅੱਗੇ ਗੱਲ ਕਰ। ਬਹਰਹਾਲ ਠੀਕ ਹੈ ਨਾ, ਤੂੰ ਜੋ ਵੀ ਹੈ ਠੀਕ ਹੈ, ਕੋਈ ਮੇਰੀ ਲੜਾਈ ਨਹੀਂ ਕੀਤੀ, ਕੋਈ ਐਸੀ ਕੋਈ ਗੱਲ ਨਹੀਂ। ਮੈਂ ਆਪਣੇ ਅਸੂਲ ਦੀ ਗੱਲ ਕਰਾਂਗਾ, ਠੀਕ ਹੈ। ਮੈਂ ਆਪਣੇ ਘਰ 'ਚ ਸਕੂਨ ਚਾਹੁੰਦਾ, ਮੈਨੂੰ ਜੋ ਬਿਹਤਰ ਲੱਗੇਗਾ ਆਪਣੇ ਘਰ 'ਚ ਸਕੂਨ ਵਾਸਤੇ ਮੈਂ ਉਹ ਕੰਮ ਕਰਾਂ, ਬਸ। ਕੋਈ ਲੜਾਈ ਨਹੀਂ, ਪੁੱਛ ਲਓ ਉਹਨਾਂ ਨਾਲ, ਮੇਰੀ ਕੋਈ ਲੜਾਈ ਨਹੀਂ, ਕੋਈ ਗੱਲ ਨਹੀਂ। ਪੂਰੀ ਹੋ ਗਈ ਤੇਰੀ ਗੱਲ? ਮੇਰੀ ਗੱਲ ਪੂਰੀ ਹੋ ਗਈ। ਲੇਕਿਨ ਬੇਟੇ ਮੇਰੀ ਗੱਲ, ਬਾਕੀ ਜਿਹੜੇ ਸਾਰੇ ਪਿਆਰ ਪਿਊਰ ਸਾਰੀ ਦੁਆਵਾਂ ਉਹਨਾਂ ਵਾਸਤੇ ਹੈਗੀਆਂ, ਸਾਡੇ ਵਾਸਤੇ ਕੁਝ ਨਹੀਂ। ਜਦੋਂ ਦਿਲੋਂ ਕਰ ਦੇਗੀ ਨਾ, ਆਪੇ ਹੀ ਕੰਮ ਹੋ ਜਾਏਗਾ। ਮੈਂ ਥੱਕ ਗਿਆ, ਮੇਰੇ ਵਾਸ ਦੀ ਗੱਲ ਨਹੀਂ, ਬਸ ਠੀਕ ਹੈ। ਮੇਰੇ ਦਿਲ 'ਚ ਕੋਈ ਗੱਲ ਨਹੀਂ ਐਸੀ ਵੈਸੀ, ਮੈਂ ਤੁਹਾਨੂੰ ਸਹੀ ਕਹਿਣਾ। ਹਾਂ, ਵਾਕਿਆ ਨਹੀਂ ਆਉਂਦਾ, ਸਹਾਬੀ ਕਿੱਡਾ ਅਜੀਮ ਮਰਤਬਾ ਹੁੰਦਾ ਸਹਾਬੀ ਦਾ। ਜਿਹੜੇ ਘੋੜੇ ਦੀ ਖਾਕ ਹੈ ਨਾ, ਉਹ ਵੀ ਵਲੀ ਨਾਲ ਦੋਸਤ ਹੁੰਦੀ ਹੈ, ਜਾਨ ਨਹੀਂ ਸੀ ਨਿਕਲਦੀ, ਮਾਂ ਨਾਰਾਜ਼ ਸੀ। ਆਕਾ अलैहिस्सलाम ने किया तो उन्होंने क्या, अगर मां नाराज ना, फिर मैं खुश नहीं कर सकता। उन्होंने कहा जी कि मैं तो दुखी बड़ी हाँ। उन्होंने आप सल्लल्लाहु अलैहि वसल्लम ने कहा, बड़ा मशहूर वाक़या है, वो गाड़ी के पीछे से गया,
ਕਿ ਲੱਕੜੀਆਂ ਇਕੱਠੀਆਂ ਕਰੋ। ਹਾਂਜੀ, ਲੱਕੜੀਆਂ ਇਕੱਠੀਆਂ ਕਰਕੇ ਤੇ ਉਹ ਉਹਨਾਂ ਕਿਹਾ ਜੀ ਕਿ ਤੁਸੀਂ ਲੱਕੜੀਆਂ ਕਿਉਂ ਇਕੱਠੀਆਂ ਕਰੋ? ਕਹਿੰਦੇ ਕਿ ਅੱਗੇ ਵੀ ਜਾ ਕੇ ਤੇ ਨੇ ਸੜਨਾ ਹੈ, ਦੇਖੋ ਜੀ, ਤੇ ਮੈਂ ਇੱਥੇ ਹੀ ਸਾੜਦਾ। ਇਹ ਮੇਰੇ ਫਿਰ ਉਹਨਾਂ ਦੇ ਦਿਲ 'ਚ ਰਹਿਮ ਆਇਆ ਤੇ ਉਹਨਾਂ ਨੇ ਮਾफ़ ਕੀਤਾ ਤੇ ਉਹਨਾਂ ਦੀ ਰੂਹ ਪ੍ਰਵਾਸ ਕੀਤੀ। ਸਹਾਬੀ ਦਾ ਮਰਤਬਾ ਇੰਨਾ ਕੁ ਬੁਲੰਦ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਕਿਉਂ ਸਲਮਾ ਫੁੱਫੋ? ਹੁਣ ਦੇ ਨਾ, ਇਹ ਤੇਰਾ ਪਹਿਲਾ ਸਟੈਪ ਹੈ। ਇਹ ਸਟੈਪ ਤੂੰ ਹੱਲ ਕਰੇਗਾ ਫਿਰ ਅਸੀਂ ਅੱਗੇ ਚੱਲਣਾ। ਦੇਖੋ ਜੀ, ਮੇਰਾ ਕੋਈ ਕੁਛ ਵੀ ਨਹੀਂ, ਅਗਰ ਤੁਸੀਂ ਕਹੋ ਨਾ ਕਿ ਚੱਕਰ ਮੈਂ ਹੀ ਨਹੀਂ ਨਾਰਾਜ਼ ਹੈਗਾ ਇਹਨਾਂ ਦੇ ਨਾਲ ਜਾਂ ਕੋਈ ਵੀ ਹੈਗਾ, ਕੋਈ ਐਸੀ ਕੋਈ ਗੱਲ ਨਹੀਂ। ਚੱਕਰ ਹੀ ਨਹੀਂ ਹੈ। ਮੈਨੂੰ ਦੇਖ, ਮੈਂ ਜ਼ਿੰਦਗੀ ਦੇ ਵਿੱਚ ਮੇਰੀ ਮਾਂ ਅੱਛੀ ਸੀ, ਬੁਰੀ ਸੀ, ਜੋ ਵੀ ਸੀ, ਲੇਕਿਨ ਮੇਰੇ ਵਾਸਤੇ ਉਹ ਅੱਲਾਹ ਤਾਲਾ ਦੀ ਰਜ਼ਾ ਦਾ ਇੱਕ ਸਿੰਬਲ ਸੀ। ਮੈਨੂੰ ਦੁਨੀਆ ਦੇ ਵਿੱਚ ਜਿੱਥੇ ਵੀ ਮਰੀ ਬੈਠਾ, ਸਿਆਲਕੋਟ ਬੈਠਾ, ਲਾਹੌਰ ਬੈਠਾ, ਮੈਨੂੰ ਜਿੱਥੇ ਵੀ ਕੋਈ ਆਈ ਨਾ ਪ੍ਰੋਬਲਮ, ਸਲਮਾ ਫੁੱਫੋ, ਮੈਂ ਆਇਆ, ਦੱਸਿਆ ਵੀ ਨਹੀਂ। ਮਾਂ ਇੱਕ ਤਾਂ ਹੁੰਦਾ ਨਾ ਬੰਦਾ ਮਾਂ ਨੂੰ ਦੱਸਦਾ ਕਿ ਮੈਨੂੰ ਇਹ ਮਸਲਾ ਦੁਆ ਕਰੋ, ਦੱਸਣਾ ਵੀ ਨਹੀਂ, ਬਸ ਕੋਲ ਬੈਠ ਕੇ ਉਹਨਾਂ ਦੇ ਜਿਸ ਤਰੀਕੇ ਨਾਲ ਉਹਨਾਂ ਨੇ ਖੁਸ਼ ਹੋ ਜਾਣਾ ਉਹ ਤਰੀਕਾ ਇਖਤਿਆਰ ਕਰਨਾ। ਉਹਨਾਂ ਨੂੰ ਰਾਜ਼ੀ ਹੋ ਕਹਿਣਾ, ਜਾ ਪੁੱਤਰ ਅੱਲਾਹ ਪਾਕ ਤੇਰੇ ਸਾਰੇ ਕੰਮ ਸਿੱਧੇ ਕਰੇ। ਅੱਲਾਹ ਤਾਲਾ ਨੇ ਵਿਦਿਨ ਨੋ ਟਾਈਮ ਉੱਥੇ ਬੈਠੇ ਬੈਠੇ ਮੈਨੂੰ ਫੋਨ ਆ ਜਾਣਾ ਜੀ ਆ ਤੁਹਾਡੇ ਕੰਮ ਅੱਲਾਹ ਨੇ ਸਿੱਧੇ ਕਰ ਦਿੱਤੇ। ਫਿਰ ਨਾ ਸਿਰਫ ਜ਼ਿੰਦਗੀ ਦੇ ਵਿੱਚ, ਇਹ ਮੈਂ ਜ਼ਾਤੀ ਅੱਲਾਹ ਤਾਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸ ਰਿਹਾ। ਜਦੋਂ ਅੱਲਾਹ ਤੋਂ ਚਲੇ ਗਏ ਨੇ, ਇਸ ਦੁਨੀਆ ਤੋਂ ਚਲੇ ਗਏ ਨੇ, ਹੁਣ ਵੀ ਮੈਨੂੰ ਕੋਈ ਪ੍ਰੋਬਲਮ, ਕੋਈ ਔਖਾ ਸੌਖਾ ਵੇਲਾ ਆਉਂਦਾ, ਮੈਂ ਬਿਮਾਰ ਹੁੰਦਾ, ਮੈਨੂੰ ਕੋਈ ਦਫ਼ਤਰੀ ਕੰਮ ਦੀ ਮੁਸ਼ਕਿਲ ਹੁੰਦੀ, ਮੈਂ ਸਿੱਧਾ ਲਾਹੌਰ ਆਉਣਾ, ਕਿਸੇ ਨੂੰ ਪਤਾ ਵੀ ਨਹੀਂ ਹੁੰਦਾ। ਕਬਰਸਤਾਨ ਜਾਣਾ, ਆ ਕੇ ਫਾਤਿਹਾ ਖਾਨੀ ਕਰਦਾ, ਉਸੇ ਵਕਤ ਸਾਰੇ ਕੰਮ ਸਿੱਧੇ, ਔਰ ਬਾਅਦ ਕਾ ਤੋਂ ਉੱਥੋਂ ਹੀ ਵਾਪਸ ਚਲਾ ਜਾਂਦਾ। ਉਹ ਇਹ ਤੇ ਤੇਰੇ ਕੋਲ ਅੱਲਾਹ ਪਾਕ ਨੇ ਐਡਾ ਆਸਾਨ ਹੱਲ ਦਿੱਤਾ ਹੋਇਆ ਹੈ, ਤੇਰਾ ਖਾਨਾ ਕਾਬਾ ਹੀ ਹੈ। ਮੈਂ ਸਮਝਣਾ ਤੁਹਾਡੀ ਗੱਲ। ਦੇਖੋ ਜੀ, ਕੁਝ ਗੱਲਾਂ ਹੁੰਦੀਆਂ ਨੇ ਅੰਦਰ ਰੱਖੀ ਦੀਆਂ ਨੇ, ਉਹ ਸ਼ੋਅ ਨਹੀਂ ਕਰਾਈਦੀਆਂ, ਫਿਰ ਲੋਕੀ ਫ੍ਰੀ ਹੋ ਜਾਂਦੇ ਨੇ ਬੜੇ ਜ਼ਿਆਦਾ, ਤੁਹਾਨੂੰ ਨਹੀਂ ਪਤਾ। ਬਹਰਹਾਲ ਇਹ ਮੇਰੀ ਪਹਿਲੀ ਕੰਡੀਸ਼ਨ ਹੈ, ਪਹਿਲੀ ਕੰਡੀਸ਼ਨ ਹੈ। ਦੇਖੋ ਸਲਮਾ ਫੁੱਫੋ, ਮੈਨੂੰ ਪੂਰਾ ਸ਼ਡਿਊਲ ਦਿੱਤਾ, ਕੰਡੀਸ਼ਨ ਠੀਕ ਹੈ, ਮੇਰੀ ਇਹ ਪਹਿਲੀ ਕੰਡੀਸ਼ਨ ਹੈ। ਜਦੋਂ ਤੁਸੀਂ ਮੈਨੂੰ ਫੋਨ ਕਰਕੇ ਕਹੋਗੇ ਨਾ ਕਿ ਮੈਂ ਇਸ ਬੱਚੇ ਤੋਂ ਦਿਲੋਂ ਰਾਜ਼ੀ ਹਾਂ, ਠੀਕ ਹੈ, ਤੇ ਮੈਂ ਇਹਨੂੰ ਦਿਲੋਂ ਮਾफ़ ਕੀਤਾ, ਇਹ ਜਿਸ ਤਰ੍ਹਾਂ ਮਰਜ਼ੀ ਤੁਹਾਨੂੰ ਰਾਜ਼ੀ ਕਰੇ। ਲੜਾਈ ਵਿਆਹ ਦੀ ਹੈ, ਸ਼ਾਦੀ ਦੀ ਅੱਛਾ। ਕਰ ਇਹਦਾ ਸ਼ਾਦੀ, ਤੇ ਮੈਂ ਉਸ ਵਕਤ ਕੰਮ ਸ਼ੁਰੂ ਕਰਨਾ ਹੈ, ਠੀਕ ਹੈ। ਉਹਨਾਂ ਦੀ ਕਰਤੀ, ਮੇਰੀ ਨਹੀਂ ਕਰਤੀ। ਗੱਲ ਇਹ ਹੈ, ਇਹੀ ਲੜਾਈ ਇਹੀ ਹੈ, ਕਰਦੇ ਸ਼ਾਦੀ, ਗੱਲ ਖਤਮ। ਮੈਂ ਰਾਜ਼ੀ ਨਾ ਦੱਸ ਸਦਕੇ ਜਾਵਾਂ ਮੈਂ ਉਸ ਮਾਂ ਦੇ। ਤੁਸੀਂ ਦਿਲੋਂ, ਜਦੋਂ ਤੱਕ ਦਿਲੋਂ ਰਾਜ਼ੀ ਨਹੀਂ ਹੋਵੋਗੇ ਨਾ, ਇਹਦੇ ਕੰਮ ਸਿੱਧੇ ਨਹੀਂ ਹੋਣਾ, ਇਹਦੀ ਰੂਹ ਅਟਕੀ ਰਹਿਣੀ ਇੱਥੇ ਹੀ। ਐਡੀ ਵੱਡੀ ਮਿਸਾਲ ਤੁਹਾਨੂੰ ਮੈਂ ਦਿੱਤੀ ਹੈ। ਉਨੀ ਦੇਰ ਤੱਕ ਜਾਣਕਾਰੀ ਦੇ ਆਲਮ 'ਚ, ਜਿੰਨੀ ਦੇਰ ਤੱਕ ਤੁਸੀਂ ਇਹਦੇ ਤੋਂ ਨਾਰਾਜ਼ ਹੋ, ਦਿਲ ਸਾਫ਼ ਕਰੋਗੇ ਤੇ ਇਹਦਾ ਕੰਮ ਸਿੱਧਾ ਹੋਣਾ ਹੈ। क्या ढूंढता है? ਮੈਂ ਵੀ ਕਿਸੇ ਬੱਚੇ ਤੋਂ ਨਾ, ਆਪਣੇ ਤੋਂ ਨਾਰਾਜ਼ ਹੁੰਦਾ ਨਾ, ਇੱਧਰ ਮੈਂ ਨਾਰਾਜ਼ ਹੁੰਦਾ, ਉੱਧਰ ਉਹ ਸਖਤ ਬਿਮਾਰ ਹੋ ਜਾਂਦਾ, ਮੈਂ ਫਿਰ ਦਿਲੋਂ ਉਹਨੂੰ ਮਾफ़ ਕਰਦਾ, ਦੋ ਦਿਲ ਦੀ ਦੁਆ ਕਰਦਾ, ਉਹ ਸਹੀ ਹੋ ਜਾਂਦਾ। ਫਿਰ ਕੋਈ 2-4 ਮਹੀਨੇ ਬਾਅਦ ਫਿਰ ਕੋਈ ਹਰਕਤ ਕਰਦਾ ਇਹੋ ਜਿਹੀ, ਫਿਰ ਮੇਰੇ ਦਿਲ 'ਚ ਗੁੱਸਾ ਆਉਂਦਾ, ਨਾਲ ਹੀ ਬਿਮਾਰ ਹੋ ਜਾਂਦਾ। ਮੇਰੇ ਲਈ ਤਾਂ ਦੋਹਰੀ ਮੁਸੀਬਤ ਹੈ ਨਾ ਮੈਂ ਉਹਦੇ ਤੋਂ ਨਾਰਾਜ਼ ਵੀ ਨਹੀਂ ਰਹਿ ਸਕਦਾ, ਉਹਨੂੰ ਬਿਮਾਰ ਵੀ ਨਹੀਂ ਦੇਖ ਸਕਦਾ। ਇਹ ਤਾਂ ਅੱਲਾਹ ਪਾਕ ਦੇ ਅਸੂਲ ਨੇ। ਅਗਰ ਤੁਸੀਂ ਮਾਂ ਪਿਓ ਨੂੰ ਰਾਜ਼ੀ ਕਰ ਲਿਆ, ਇਹ ਦੁਨੀਆ ਵੀ ਤੁਹਾਡੀ ਜੰਨਤ ਹੈ, ਅੱਗੇ ਤੇ ਅੱਲਾਹ ਨੇ ਜੰਨਤ ਦੇਣੀ ਹੈ ਬੇਟੇ। ਜਨਾਬ, ਮੈਂ ਤੇ ਕੁਝ ਨਹੀਂ ਕਰ ਸਕਦਾ, ਜੋ ਕਰਨਾ ਹੈ ਇਹ ਤੁਸੀਂ ਕਰਨਾ, ਜਾਂ ਇਹਨਾਂ ਨੇ ਕਰਨਾ, ਜਾਂ ਅੱਲਾਹ ਨੇ ਕਰਨਾ, ਬਸ ਇਸ ਤੋਂ ਅੱਗੇ ਮੇਰੀ ਕੋਈ ਗੱਲ ਨਹੀਂ। ਤਾਲਾ ਨਹੀਂ ਖੋਲਣਾ, ਉਹ ਨਹੀਂ ਖੁੱਲਣਾ, ਜੋ ਮਰਜ਼ੀ ਕਰ। जल्दी आ गए मेरे कपड़े उधर देखिए हमारे मेरी सेहत ਇਹ ਸਾਰੇ ਬਹਾਨੇ ਨੇ, ਸਾਰੇ ਬਹਾਨੇ। ਪਿਛਲੇ ਸਾਲ ਵੀ ਲਾਇਆ ਸੀ ਤੇ ਬੜਾ ਸਕੂਨ ਗਿਆ ਸੀ, इधर खाया नहीं ਲਿਖਵਾ ਲਾਂਗੇ, ਬਾਅਦ ਚ ਕਰ ਲਾਂਗੇ, ਬਾਹਰੋਂ ਲੈ ਆਵਾਂਗੇ। ਬਹਰਹਾਲ ਜਦੋਂ ਤੁਸੀਂ ਮੈਨੂੰ ਲਾਈਨ ਇਹਦੀ ਕਲੀਅਰ ਦੇਣੀ ਹੈ, ਫਿਰ ਹੀ ਮੈਂ ਇਹਦੇ ਵਾਸਤੇ ਕੁਝ ਕਰਨਾ। ਹੁਣ ਦੱਸੋ ਮੈਂ ਕਿਸ ਤਰ੍ਹਾਂ ਅੱਗੇ ਚੱਲਾਂ ਜਦੋਂ ਮੈਨੂੰ ਇੱਥੇ ਹੀ ਸਾਰੇ ਰੁਕਾਵਟਾਂ ਸਾਹਮਣੇ ਨਜ਼ਰ ਆ ਰਹੀਆਂ ਨੇ। ਮੈਂ ਇਹਦੇ ਕੰਮ ਵਾਸਤੇ ਕਿਸ ਤਰ੍ਹਾਂ ਨਿਕਲਾਂ ਦੱਸੋ। कि शादी हो गई ਉਹ ਤੇ ਸ਼ਾਦੀ ਉਹਦੀ, ਤੁਸੀਂ ਢਿੱਡ ਆਪਣਾ ਸਾਫ਼ ਕਰੋਗੇ ਤੇ ਉਹਦੀ ਸ਼ਾਦੀ ਹੋਏਗੀ ਨਾ। ਉਹਦੀ ਨਹੀਂ ਹੋ ਰਹੀ ਨਾ, ਉਹਦੀ ਵਜ੍ਹਾ ਹੀ ਇਹ ਵੇ ਕਿ ਤੁਹਾਡਾ ਢਿੱਡ ਸਾਫ਼ ਨਹੀਂ ਉਹਦੇ ਵੱਲੋਂ। ਤੁਸੀਂ, ਤੁਹਾਡੇ ਦਿਲ ਦੇ ਵਿੱਚ ਉਹਦੇ ਵੱਲੋਂ ਦੁੱਖ ਹੈ, ਨਾਰਾਜ਼ਗੀ ਹੈ। ਜੋ ਹੀ ਤੁਹਾਡੀ ਨਾਰਾਜ਼ਗੀ ਖਤਮ ਹੋਣੀ ਹੈ, ਇਹਦੀ ਰੂਹ ਸੌਖੀ ਹੋ ਜਾਣੀ ਹੈ। ਤੁਹਾਨੂੰ ਤਾਂ ਮੈਂ ਸਿੱਧੀ ਗੱਲ ਕੀਤੀ ਹੈ, ਮੈਂ ਤਾਂ ਲੱਗੀ ਲਿਪਟੀ ਕੋਈ ਰੱਖੀ ਨਹੀਂ। मेरी नाराजगी मेरे कपड़े इधर
ਉਹ ਹੁਣ ਬੱਚਾ ਜ਼ਿੱਦੀ ਹੈ, ਮੈਂ ਉਹ ਤੁਹਾਡੇ ਸਾਹਮਣੇ ਕੀ ਕਰ ਸਕਦਾ। ਮੇਰੇ ਅਸੂਲ ਦੇ ਅੱਗੇ ਨਾ ਭਾਵੇਂ ਕੋਈ ਇੱਥੇ ਆ ਜਾ, ਮੈਂ ਆਪਣੀ ਜਾਨ ਨਹੀਂ ਦੇਣਾ। ਮੈਂ ਓਏ ਆ ਜਾ ਕਾਕਾ, ਉਹ ਤੂੰ ਜਾਨ ਵੀ ਦੇ ਦੇ, ਉਹ ਬਹਿ ਜਾ। ਮੈਂ ਕਈ ਸਾਲਾਂ ਤੋਂ ਕੱਲਾ ਰਹਿਣਾ, ਮੈਂ ਨਾ ਉੱਤੇ ਜਾਂ ਮੈਂ ਕੱਲਾ ਜ਼ਿੰਦਗੀ ਨਿਭਾ ਰਿਹਾ। ਪਾਣੀ ਪੀ ਗਲਾਸ ਇੱਕ, ਜ਼ਿੰਦਗੀ ਨਿਭਾਣੀ ਆਂਦੀ ਮੈਨੂੰ। ਜਾ ਇਹਨੂੰ ਪਾਣੀ ਲਿਆ ਕੇ ਦੇ। ਕਿਸੇ ਦਾ ਵੀ ਨਹੀਂ, ਪਾਣੀ ਨਹੀਂ ਚਾਹੀਦਾ ਮੈਨੂੰ ਯਾਰ। ਇੰਨਾ ਇੱਕ ਗੱਲ ਸਮਝਾਉਣਾ ਸੀ, ਇੰਨਾ ਬੋਲਣਾ ਪੈਂਦਾ, ਅੱਗੋਂ ਬਹਿਸ ਕਰਦੇ ਨੇ, ਗਲਤ ਗੱਲ ਨੂੰ ਗਲਤ ਕਹਿੰਦੇ ਹੀ ਨਹੀਂ। ਅੱਛਾ ਚੱਲ ਆਰਾਮ ਨਾਲ ਗੱਲ। ਮੈਂ ਇਹਨਾਂ ਨੂੰ ਇਹ ਨਹੀਂ ਕਿਹਾ, ਮੈਂ ਕਿਹਾ ਕਿ ਤੁਹਾਨੂੰ ਗਲਤ ਮਿਸਗਾਈਡ ਕਰਦੇ ਨੇ ਪਿੱਛੋਂ, ਤੁਸੀਂ ਆਗੇ ਹੋ। ਮੈਂ ਉਹ ਪੁਆਇੰਟ ਆਊਟ ਕੀਤਾ। ਉਹ ਮੇਰੇ ਪਿਓ ਆਰਾਮ ਨਾਲ ਤੇ ਗੱਲ ਕਰ। ਉਹ ਨਹੀਂ ਮਿਲਣੀ, ਚਾਬੀ ਚੁਬੀ ਨਹੀਂ ਮਿਲਣੀ। ਕਿੱਥੋਂ ਜੰਮ ਪਿਆ ਉਹ। ਚਲੋ ਨਾ ਦੋ ਚੱਕ ਤੂੰ ਕਰ ਹਾਂ ਦੇਖਣਾ ਫਜ਼ੂਲ ਦੇ ਵਿੱਚ ਮੈਨੂੰ ਪਤਾ, ਜਦੋਂ ਤਾਲਾ ਲਾਇਆ ਪਿਛਲੇ ਸਾਲ ਤੇ ਸਕੂਨ ਰਿਹਾ, ਕੋਈ ਗੱਲ ਨਹੀਂ ਹੋਈ। ਇਸ ਘਰ 'ਚ ਸਕੂਨ ਚਾਹੀਦਾ ਮੈਨੂੰ। ਇਹਨੂੰ ਦੇਖ ਕੇ ਨਾ ਤਾਂ ਮੈਨੂੰ ਚੰਨ ਯਾਦ ਆ ਗਿਆ। ਚੱਲ ਮਨ ਉਹ ਤੂੰ ਸਾਡੇ ਘਰ ਕਿਹੜਾ ਤੂੰ ਚੰਨ ਜੰਮ ਪਿਆ। ਨਹੀਂ ਨਹੀਂ ਪਤਾ ਕੀ ਗੱਲ ਅਸੂਲ ਚੱਲ ਦੀ ਤੂੰ ਗੱਲ ਕਰ ਜ਼ਰੂਰ ਦੇ ਗੱਲ। ਤਰੀਕਾ ਨਹੀਂ ਹੁੰਦਾ, ਕੋਈ ਤਰੀਕਾ ਨਹੀਂ ਉਹ ਵੀ ਚਲੇਗਾ ਜਾਨ। ਉਹ ਤਰੀਕਾ ਨਹੀਂ ਉਹ ਨਾ ਆਰਾਮ ਨਾਲ ਨਹੀਂ, ਆਰਾਮ ਨਹੀਂ। ਦੇਖੋ ਨਾ, ਮੈਂ ਬੜੀ ਨਰਮੀ ਨਾਲ ਹਰ ਤਰ੍ਹਾਂ ਮੈਂ ਕਰਕੇ ਦੇਖਿਆ। ਨਰਮੀ ਨਾਲ ਗੱਲ। ਹਮੀਦ ਥੋੜਾ ਜਿਹਾ ਅੱਗੇ ਹੋ ਜਾ, ਉਹਨਾਂ ਨੇ ਲਿਖਣਾ ਥੱਕ ਗਏ। ਅੱਛਾ ਬੇਟੇ ਇੰਨਾ ਤੂੰ ਜਜ਼ਬਾਤੀ ਨਹੀਂ ਜਜ਼ਬਾਤੀ ਕੀ ਯਾਰ, ਕੱਲਾ ਬੰਦਾ ਹੈ ਮੈਂ ਪਤਾ ਨਹੀਂ ਕਿੰਨੇ ਕੰਮ 3600 ਕਰਨਾ, ਸੁਬਾਹ ਉੱਠ ਕੇ ਆਪਣੇ ਕੰਮ ਕਰਨਾ। ਇਹਨਾਂ ਨੂੰ ਆਪਣੀ ਪਈ ਹੁੰਦੀ, ਉਹੀ ਕਿਲਕਲਿਆਂ ਨੂੰ ਉਹਨਾਂ ਦੀ ਕਿਲਕਲਿਆਂ ਸਾਡੇ ਘਰ ਲੈ ਆਉਂਦੇ ਨੇ ਆ ਕੇ। ਅੱਛਾ ਇਹਨਾਂ ਦਾ ਜਿਹੜਾ ਸਮਾਨ ਯਾਰ ਤੁਸੀਂ ਇੱਕ ਮਿੰਟ ਮੇਰੀ ਗੱਲ ਸੁਣੋ, ਮੈਂ ਉਂਝ ਤਾਂਦਾ ਨਹੀਂ ਪਿਆ। ਇਹਨਾਂ ਦੀ ਫ੍ਰਿਜ ਖਰਾਬ ਹੋਈ, 7000 ਰੁਪਏ ਮੈਂ ਇਹਨਾਂ ਨੂੰ ਫ੍ਰਿਜ ਦਾ ਦਿੱਤਾ। ਵਾਸ਼ਿੰਗ ਮਸ਼ੀਨ ਖਰਾਬ ਹੋਈ, ਮੈਂ ਜਾ ਕੇ ਗੱਡੀ 'ਚ ਪਾ ਕੇ ਵਾਸ਼ਿੰਗ ਮਸ਼ੀਨ ਸਹੀ ਕਰਾ ਕੇ ਅੱਛਾ ਚਲੋ ਜੀ, ਮੈਂ ਹੁਣ ਇਹਦੀ ਗੱਲ ਥੋੜੇ ਜਿਹੇ ਇੱਧਰ ਹੋ ਇੱਧਰ ਬਹਿ ਜਾ। ਉਹ ਆਫਰ ਆਈ 50000 ਰੁਪਏ ਦੀ ਫ੍ਰਿਜ ਨਵੀਂ ਮਿਲਦਾ। ਚਲ ਅੱਛਾ ਬਈ, ਇਹਦਾ ਮਤਲਬ ਕਿ ਉਹ ਇੱਧਰ ਮੇਰੇ ਵੱਲ ਹੋ। ਮੇਰੇ ਪੈਸੇ ਸੇਵਿੰਗ ਨਾ ਹੋਣ ਤੇ ਮੇਰੇ ਪੈਸੇ ਜ਼ਾਇਆ ਹੋਣ। ਅੱਛਾ ਪਿੱਛੇ ਜਿਹੜੇ ਲੋਕ ਰਹਿੰਦੇ ਅਜ਼ੀਜ਼, ਹੁਣ ਮੇਰੇ ਨਾਲ ਗੱਲ ਕਰਨਾ, ਹੁਣ ਦੱਸ। ਨਹੀਂ ਨਾ, ਆਏ ਦਿਨ ਕੋਈ ਨਾ ਕੋਈ ਨਵੀਂ ਮੁਸ਼ਕਲ, ਆਏ ਦਿਨ ਨਵੀਂ ਕੋਈ ਨਾ ਕੋਈ ਮੁਸ਼ਕਲ ਪੜਾ ਕੇ ਤੇ ਇਹ ਮੇਰੇ ਦੁਆਲੇ ਕਰ। ਨਾ ਮੈਂ ਇਹਨਾਂ ਨੂੰ ਕੋਈ ਕੰਮ ਕਰਨਾ ਆਪਣਾ, ਨਾ ਮੈਂ ਮੇਰੇ ਟਾਈਮ ਹੀ ਨਹੀਂ ਹੁੰਦਾ ਆਪਣਾ। ਉਹ ਕਰ ਲੈਂਦੇ ਨੇ, ਪਿਸ਼ਾਬ ਕਰਦੇ ਉਹ ਕਰ ਲੈਂਦੇ ਨੇ, ਕਰਵਾ ਦਿੰਦੇ ਨੇ, ਕਰਾਓ ਨਹੀਂ ਉਹਨੂੰ ਪਿਸ਼ਾਬ ਸਹੀ ਤਰ੍ਹਾਂ। ਜਾ ਹਮੀਦ ਤੂੰ ਜਾ ਕਰ ਨਾ। ਚੱਲ ਇਹ ਬੱਚਿਆਂ ਦਾ ਕੰਮ ਹੈ, ਉਹਨਾਂ ਨੂੰ ਕਰਨ ਦਿਆ ਕਰੋ। ਅੱਛਾ ਤੂੰ ਕੀ ਨਹੀਂ ਮੈਂ ਨਹੀਂ ਜਾਣ ਦੇਣਾ। ਜਿੱਦਾਂ ਸਮਾਨ ਪਿਆ ਨਾ ਤੇ ਆਇਆ ਉਧਰ ਹੀ ਚਲੇ ਜਾ। ਬਾਥਰੂਮ ਵੀ ਆ ਤੇ ਕਮੋਡ ਵੀ ਆ ਬਾਥਰੂਮ। ਅੱਛਾ ਚਲੋ, ਅੱਛਾ ਚੱਲ ਭਾਈ, ਹੁਣ ਆਰਾਮ ਨਾਲ ਗੱਲ ਕਰਨੀ, ਨਰਮੀ ਦੇ ਨਾਲ, ਪਿਆਰ ਨਾਲ, ਮੁਹੱਬਤ ਨਾਲ, ਠੰਡਾ ਹੋ ਕੇ, ਧੀਮੇ ਮਿਜ਼ਾਜ। ਜਿਸ ਤਰ੍ਹਾਂ ਉਹ ਮੁਖਤਸਰ ਪੰਜਾਬ ਨਹੀਂ ਗੱਲ ਕਰਦਾ ਠੋਸ ਮੁਦੱਲਲ, ਲੇਕਿਨ ਆਵਾਜ਼ ਉਹਦੀ ਨੀਵੀਂ ਹੁੰਦੀ, ਧੀਮੀ ਹੁੰਦੀ ਕਿ ਨਹੀਂ ਹੁੰਦੀ। ਤੋ ਮੇਰੀ ਡਿਊਟੀ ਉਹਨਾਂ ਨੇ ਰਿਸੈਪਸ਼ਨ ਤੇ ਮੈਂ ਬੜੇ ਅੱਛੇ ਤਰੀਕੇ ਨਾਲ ਵੀ ਬੋਲਦਾ, ਬੜੀ ਤਹਿਜ਼ੀਬ ਦੇ ਨਾਲ ਵੀ ਬੋਲਦਾ। ਅੱਛਾ ਨਹੀਂ, ਇਸ ਟਿਊਨ 'ਚ ਗੱਲ ਕਰੀ ਹੁਣ। ਟਿਊਨ 'ਚ ਇਸ ਤਰ੍ਹਾਂ ਗੱਲ ਹੁੰਦੀ ਤੇ ਬੰਦਾ। ਅੱਛਾ ਚੱਲ ਤੂੰ ਮੈਨੂੰ ਸਾਰੀ ਗੱਲ ਦੱਸ, ਅਲਫ ਤੋਂ ਲੈ ਕੇ ਇਹ ਤੱਕ। ਗੱਲ ਪਤਾ ਕੀ ਗੱਲ ਹੈ, ਰੋਜ਼ਾਨਾ ਆਏ ਦਿਨ ਕੋਈ ਨਾ ਕੋਈ ਨਮਾਜ਼। ਮੈਂ ਆਪਣੇ ਘਰ 'ਚ ਲੜਾਈ ਨਹੀਂ ਚਾਹੁੰਦਾ। ਮੈਂ ਚਾਹੁੰਦਾ ਕਿ ਮੈਂ ਸਵੇਰ ਉੱਠਣਾ ਥੱਲੇ, ਮੈਂ ਆਪਣੇ ਕੰਮ ਕਰਾਂ। ਚਲਾ ਦੀ ਆ, ਉਹ ਗਿਰੇ ਨਾ। ਠੀਕ ਹੈ, ਉਹ ਇਹ ਕਹਿ ਰਹੀ ਉਹਨੇ ਮੈਨੂੰ ਉਹ ਮੈਨੂੰ ਗੱਲ ਸੁਣਨ ਦਿਓ, ਤੁਸੀਂ ਆਪਣੀ ਵਿੱਚ ਕਿਹੜੀ ਹੈ ਕਿਲਕਿਲ ਪਾ ਛੜੀ ਹੈ। ਚੁੱਪ ਕਰੋ। ਇਹ ਬੁੱਢੀ ਔਰਤ ਹੈਗੀ ਹੈ, ਇਹਨੂੰ ਜੋ ਕਹਿੰਦਾ ਪੱਟੀ ਪੜਾਉਂਦਾ ਉਥੋਂ ਪੜ ਕੇ ਆ ਕੇ ਮੇਰੇ ਦਿਮਾਗ 'ਚ ਚੜਨਾ। ਮੈਂ ਉਹਨਾਂ ਨੂੰ ਕਹਿੰਦਾ, ਮੈਂ ਇਹਨਾਂ ਨੂੰ ਨਹੀਂ ਕਹਿੰਦਾ। ਤੇ ਮੈਂ ਉਹਦਾ ਰਸਤਾ ਬੰਦ ਇਸ ਕਰਕੇ ਕੀਤਾ ਕਿ ਤੁਹਾਡੇ ਨਾਲ ਕੱਟਾ ਫੇਗਾ ਸਾਡਾ, ਸਾਡੇ ਘਰ 'ਚ ਮੁਦਾਖਲਤ ਨਾ ਕੋਈ ਕਰੇ। ਸਿੱਧੀ ਗੱਲ ਹੈਗੀ, ਕੋਈ ਤਰੀਕਾ ਨਹੀਂ। ਹੁਣ ਅੱਜ ਜਦੋਂ ਤਾਲਾ ਦੇਖੋ ਨਾ, ਫਿਰ ਕਰਕੇ ਫਿਰ ਮੁਕਰ ਜਾਂਦੀ ਹੈ ਉਹ ਜਿਹੜੀ ਨੱਬੋ ਹੈਗੀ ਹਰਾਮਜ਼ਾਦੀ। ਅੱਛਾ ਠੀਕ ਹੈ ਨਾ, ਗੱਲ ਹੀ ਨਹੀਂ, ਗੱਲ ਹੈ ਹੀ ਹਰਾਮਜ਼ਾਦੀ। ਠੀਕ ਹੈ, ਮੈਂ ਇੱਕ ਗੱਲ ਕਰਾਂਗਾ ਸਿੱਧੀ, ਉਹ ਕਰਕੇ ਕਹਿੰਦੀ ਮੈਂ ਤਾਂ ਕੁਝ ਕੀਤਾ ਹੀ ਨਹੀਂ, ਉਹ ਗਾਲੀ, ਮੈਂ ਤਾਂ ਬੱਚਾ ਵੀ ਨਹੀਂ ਜੰਮਿਆ, ਮੈਂ ਤਾਂ ਕੁਝ ਵੀ ਨਹੀਂ ਕੀਤਾ। ਗਾਲੀ ਤੇ ਨਾ ਦੇ। ਦੇਖੋ ਮੈਂ ਗੱਲ ਕਰ ਰਿਹਾ ਟੂ ਦੀ ਪੁਆਇੰਟ। ਗੱਲ ਹੈਗੀ, ਮੈਂ ਬਾਰ-ਬਾਰ ਕਿੰਨਾ ਲੋਕਾਂ ਦੇ ਨਾਲ ਮੱਥਾ ਲਾਵਾਂਗਾ, ਲੜਾਂਗਾ। ਮੈਂ ਥੱਕ ਗਿਆ, ਮੈਂ ਚਾਬੀ ਲਾਈ, ਤਾਲਾ ਲਾਇਆ, ਗੱਲ ਖਤਮ। ਉਹ ਮੈਨੂੰ ਜਿਹੜੀ ਹੈ ਨਾ ਪੂਰਾ ਬੈਕਗ੍ਰਾਉਂਡ ਦੱਸ ਮੈਨੂੰ ਤੇਰੀ ਗੱਲ ਦੀ। ਬੈਕਗ੍ਰਾਉਂਡ ਮੈਂ ਕਿੰਨੀ ਕੁ ਬੈਕਗ੍ਰਾਉਂਡ ਦੱਸਾਂ? ਮੈਂ ਤੁਹਾਨੂੰ ਸਿੰਪਲ ਦੱਸ ਦੇਣਾ। ਹਾਂ, ਮੇਰੀ ਤਨਖਾਹ ਚੰਗੀ, ਲੋਕੀ ਮੇਰੇ ਕੋਲ ਸੜਦੇ ਨੇ। ਠੀਕ ਹੋ ਗਿਆ, ਗੱਡੀ ਮੈਂ ਰੱਖੀ, ਹੋਂਡਾ ਮੈਂ ਰੱਖਿਆ, ਨੌਕਰੀ ਮੇਰੀ ਪੱਕੀ। ਠੀਕ ਹੋ ਗਿਆ, ਉਹਦੇ ਪਿੱਛੇ ਮੇਰੀ ਮਿਹਨਤ ਹੈਗੀ ਹੈ। ਠੀਕ ਹੈ, ਅੱਲਾ ਦੀ ਕਰਮ ਨਵਾਜ਼ੀ, ਮਾਂ ਦੀਆਂ ਦੁਆਵਾਂ ਨੇ, ਮੇਰੇ ਵਾਲਿਦ ਦੀ ਦੁਆ ਹੈਗੀ, ਮੇਰੇ ਪਿਓ ਦੀ ਵਜ੍ਹਾ ਤੋਂ ਹੋਇਆ ਸਾਰਾ। ਕਿਉਂਕਿ ਉਹਨੇ ਲੋਕਾਂ ਨੂੰ ਨੌਕਰੀ ਲਵਾਈ, ਉਹ ਮੇਰੇ ਅੱਗੇ ਆਇਆ। ਠੀਕ ਹੋ ਗਿਆ, ਠੀਕ ਹੋ ਗਿਆ। ਹੁਣ ਗੱਲ ਕਰਨ ਦਾ ਮਕਸਦ ਹੈਗਾ ਇਹ ਕਿ ਇਹ ਜਿਹੜਾ ਨਾ, ਉਹ ਚਾਹੁੰਦੇ ਨੇ ਕਿ ਕੋਈ ਨਾ ਕੋਈ ਕਿਲਕਲ ਲੱਗੀ ਰਹੇ ਇਹਨਾਂ ਦੇ ਘਰ।
ਇੱਕ ਕਾਰ ਸਮੂਥਲੀ ਚੱਲਦਾ ਪਿਆ ਹੈ, ਬਿਲਕੁਲ ਠੀਕ ਚੱਲ ਰਿਹਾ ਹੈ, ਹਰ ਚੀਜ਼ ਕੋਈ ਮਸਲਾ ਹੁੰਦਾ ਮੈਂ ਜਾ ਕੇ ਬਾਜ਼ਾਰੋਂ ਜਾ ਕੇ ਠੀਕ ਕਰਵਾ ਲੈਣਾ, ਕੋਈ ਚੀਜ਼ ਸਹੀ ਹੋਣ ਵਾਲੀ ਮੈਂ ਕਰਵਾ ਲੈਣਾ। ਤੂੰ ਹੁਣ ਹੁੰਦੀ ਕੌਣ ਹੈ ਕਹਿਣ ਵਾਲੀ ਨੂੰ ਮਸ਼ਵਰਾ ਦੇਣ ਵਾਲੀ ਕਿ ਵੀ ਉਹ ਅਜ਼ੀਜ਼ ਨੂੰ ਕਹੋ ਕਿ ਇੰਝ ਕਰ ਲੈ ਤੇ ਇੰਝ ਕਰ ਲੈ, 50,000 ਰੁਪਏ ਦੀ ਆਫਰ ਆਈ ਤੇ ਮਸ਼ੀਨ ਲੈ ਲਾ, ਫ੍ਰਿਜ ਨਵੀਂ ਲੈ ਲਾ, ਫਲਾਣਾ ਕੰਮ ਕਰ ਲੈ, ਲਿਆ ਤੂੰ ਨਾ ਉਸ ਦਿਨ ਆ ਕੇ ਤੂੰ ਮੈਨੂੰ ਡਾਇਰੈਕਟ ਉਹ ਮੇਰੇ ਨਾਲ ਗੱਲ ਕਰ ਯਾਰ ਤੂੰ। ਇਹਨੇ ਨਾਂ ਲਿੱਤਾ ਆ ਕੇ ਹੁਣ ਉਸ ਟਾਈਮ ਤੇ ਸੱਚੀ ਗੱਲ ਸੀ, ਤਾਜ਼ੀ ਗੱਲ ਸੀ, ਇਹਦੇ ਮੂੰਹ ਸੱਚ ਨਿਕਲ ਆਈ। ਮੈਂ ਕਹਾਂ ਰੋਜ਼ ਤੋਂ ਬਾਅਦ ਮੈਨੂੰ ਡੀਲ ਕਰਾਂਗਾ। ਹੁਣ ਮੈਂ ਇਹਦਾ ਹੱਲ ਇਹੀ ਕੱਢਿਆ, ਮੈਂ ਤਾਲਾ ਲਾ ਕੇ ਰੱਖਾਂ, ਮੈਨੂੰ ਜ਼ਰੂਰ ਚਾਹੀਦਾ ਇਸ ਘਰ 'ਚ, ਠੀਕ ਹੈ, ਮੈਂ ਇਹ ਤਾਲਾ ਨਹੀਂ ਖੋਲ੍ਹਦਾ। ਸਿੱਧੀ ਗੱਲ ਹੱਦ ਹੋ ਗਈ ਯਾਰ, ਇੱਕ ਬੰਦਾ ਕਿਸੇ ਨੂੰ ਤੰਗ ਨਹੀਂ ਕਰਦਾ, ਮੇਰੇ ਕੋਲ ਫਾਇਦਾ ਹੀ ਫਾਇਦਾ ਹੈ, ਮੇਰੇ ਕੋਲ ਨੁਕਸਾਨ ਕੋਈ ਨਹੀਂ, ਉਲਟਾ ਮੇਰਾ ਦਿਮਾਗ ਚੱਟਦੇ ਨੇ, 3rd ਕਲਾਸ ਲੋਕ ਘਟੀਆ ਪਰਲੇ ਪਾਸੋਂ ਉੱਠ ਕੇ ਆ ਗਏ। अच्छा ਹੁਣ तक मैंने जड़ी समझ आई है ना, जाओ ही ना, बात ये है कि मुझे अब तक जो समझ आई है ना, इनको कहीं फ्रिज की ज़रूरत है और उन्होंने इनको आगे लगा के दिन कहा खड़ी हो जाती खड़ी रोजाना रात को बंद कर देने, ठीक है, सुबह चला लेंगे, कदी भूल जाने का काम नहीं होएगा, मैं फिर दोबारा पैसे ला देंगा, लेकिन उन्होंने कहते पीछे क्यों चलते हो? अच्छा इन्होंने तेनू क्या है कि तू नवी फ्रिज ले ला। मैं ना ठंडा पानी भी नहीं पीता, मैं रहना होते हैं, ठीक है, मेरा तू की नहीं मानता, फिर भी मैं ठीक करा देना, चलो यार कोई गल नहीं, मैं दूध शुद्ध लेना होंगे, कभी कदार चाह वास्ते इस्तेमाल होंगे, चलो किसी ना किसी तरह थोड़ा बहुता इस्तेमाल तो मेरा होंदा ही है ना, चलो मैं कर लेना, ठीक है। हुण वो मशवरे देने वाले कौन होंगे ने लोग, भी दसो पुठे सीधे? नहीं समझ आ गई, होंदे कौन हो तुसीं मशवरे देने वाले? समझ आ गई ਹੁਣ ਗੱਲ ਚਲੋ ਆਰਾਮ ਨਾਲ ਗੱਲ ਕਰੀ। ਹੁਣ ਦੇਖ ਨਾ ਮੈਨੂੰ ਤੇ ਨਹੀਂ ਤੁਹਾਡੇ ਮੈਂ ਰੋਜ਼ਿਆਂ 'ਚ ਨਹੀਂ ਬੋਲਿਆ, ਮੈਂ ਕਿ ਯਾਰ ਕੀ ਰੋਜ਼ਾਨਾ ਦੀ ਕਿਲਕਲੀਆਂ ਨੇ, ਨਵੇਂ ਤੋਂ ਨਵੇਂ ਮੁਸੀਬਤ। ਹੁਣ ਮੇਰੀ ਕੀ ਤਨਖਾਹ ਅਗਰ ਚੰਗੀ ਹੋ ਗਈ, ਮੈਂ ਸਾਰੀ ਤਨਖਾਹ ਉਡਾ ਦਿਆ ਕਰਾਂ ਮੈਂ ਇਹਨਾਂ ਵਾਸਤੇ, ਇਹਨਾਂ ਲੋਕਾਂ ਵਾਸਤੇ। ਜਾਓ ਬੇਟੇ ਦੇਖੋ ਕਿਚਨ में ही रहो, सारा हेल्प करे दी। ਇਹਨਾਂ ਨੂੰ ਸਮਝ ਨਹੀਂ ਆਉਂਦੀ ਐਸੀ ਤਾਲਾ ਤੁਲਾ ਨਹੀਂ ਹੋ ਸਕਦਾ ਜੋ ਮਰਜ਼ੀ ਕਰਦਾ। ਅੱਛਾ ਹੁਣ ਮਸਲਾ ਇਹ ਵੇ ਕਿ ਤਾਲਾ ਜਿਹੜਾ ਵਿਆਹ ਹੁੰਦਾ ਨਾ ਹੋਏ ਮੈਨੂੰ ਨਹੀਂ ਉਸ ਚੀਜ਼ ਦੀ ਪਰਵਾਹ। ਮੇਰੀ ਜ਼ਿੰਦਗੀ ਅਸੂਲਾਂ ਤੇ ਹੈਗੀ, ਮੈਂ ਕਿਸੇ ਨੂੰ ਤੰਗ ਕਰਨਾ ਨਾ, ਮੈਨੂੰ ਕੋਈ ਤੰਗ ਕਰੇ। ਮੈਂ ਬੜਾ ਤੰਗ ਆਇਆ ਇਹਨਾਂ ਲੋਕਾਂ ਤੋਂ। ਪੁੱਛੋ ਇਹਨੂੰ, ਪੁੱਛੋ ਬਿਮਾਰ ਹੁੰਦੀ ਹੈ ਤਾਂ ਅੱਗੇ ਪਿੱਛੇ ਨਹੀਂ ਘੁੰਮੀਦਾ, ਪੁੱਛੋ ਜ਼ਰਾ, ਦਵਾਈਆਂ ਨਹੀਂ ਲੈ ਕੇ ਦੇਈਦੀਆਂ ਇਹਨੂੰ, ਕੋਈ ਮਸਲਾ ਆਇਆ ਇਹਨੂੰ ਪੁੱਛੀਦਾ ਨਹੀਂ, ਪੁੱਛੋ ਇਹਨੂੰ ਜ਼ਰਾ। मैं सो ज्यादा मैं की कर सकना, मैं दसो ਇਸ ਤੋਂ ਮੈਂ ਕੀ ਕਰ ਸਕਦਾ? ਤਾਂ ਗੁੱਸੇ 'ਚ ਕੀ ਦਿਮਾਗ ਖਰਾਬ ਕਰ ਦਿੰਦੇ। ਪੂਰਾ ਮਹੀਨਾ ਮੈਨੂੰ ਰੋਟੀ ਨਹੀਂ ਲੱਭੀ, ਉਹ ਦਫ਼ਤਰ ਦਾ ਇੱਕ ਚੌਕੀਦਾਰ ਹੈਗਾ, ਘਰੋਂ ਰੋਟੀ ਪਕਾ ਕੇ ਲਿਆਂਦਾ ਰਿਹਾ, ਉਹ ਮੈਨੂੰ ਖਵਾਉਂਦਾ ਰਿਹਾ। ਬਾਜ਼ਾਰੋਂ ਬਾਜ਼ਾਰ ਬੰਦ, ਮੈਂ ਰੋਜ਼ ਨਹੀਂ ਰੱਖ ਸਕਦਾ, ਮੇਰਾ ਮਸਲਾ ਹੈਗਾ, ਮੈਂ ਨਹੀਂ ਰੱਖ ਸਕਦਾ ਰੋਜ਼। नहीं ਜੋ ਬਈ ਦਿਮਾਗ ਖਰਾਬ ਕੀਤਾ ਇਹਨਾਂ ਲੋਕਾਂ ਨੇ। ਫਿਰ ਸੱਚੇ ਦੇ ਸੱਚੇ ਨਹੀਂ ਮੰਨਦੀ, ਨਾ ਮੰਨ ਨਾ ਕਰਾਏ ਵਿਆਹ ਮੇਰਾ, ਅਗਲੇ ਜਹਾਂ ਜਾ ਕੇ ਹਿਸਾਬ ਲੈ ਲਾਂਗੇ, ਜਾ ਕੇ ਕੋਈ ਗੱਲ ਨਹੀਂ, ਅੱਲਾਹ ਤਾਲਾ ਤੇ ਹੈਗਾ, ਕੋਈ ਗੱਲ ਨਹੀਂ। ਵਿਆਹ ਤੇ ਇਹਦਾ ਕਰਾਓ ਨਾ, ਇਹ ਤੁਹਾਡਾ ਫਰਜ਼ ਹੈ। मैं कदों कहनी ना ਹਾਂ ਇਹ ਤੁਹਾਡੀ ਡਿਊਟੀ ਹੈ, ਇਹਦਾ ਵਿਆਹ ਕਰਾਉਣਾ ਤੁਹਾਡੀ ਡਿਊਟੀ ਹੈ। ਹਾਂ ਮੈਨੂੰ ਕੋਈ ਨਹੀਂ, ਮੇਰਾ ਕੋਈ ਨਹੀਂ, ਮੈਂ ਤੇ ਅੱਲਾਹ ਕੋਲੋਂ ਜਾ ਕੇ ਹਿਸਾਬ ਲੈ ਲਾਂਗਾ, ਜਾ ਕੇ ਜੋ ਵੀ ਮੈਨੂੰ ਜਿਸ ਵਾਸਤੇ ਦੁਨੀਆ ਤੇ ਲਿਆਂਦਾ ਸੀ ਉਹ ਮਕਸਦ ਨਹੀਂ ਪੂਰਾ ਕੀਤਾ, ਮੇਰਾ ਤੇ ਕਸੂਰ ਕੋਈ ਨਹੀਂ। ਮੈਨੂੰ ਕੋਈ ਢੰਗ ਦੀ ਜਗ੍ਹਾ ਪ੍ਰੋਵਾਈਡ ਨਹੀਂ ਕੀਤੀ, ਉੱਤੇ ਕਿੰਨੀ ਗਰਮੀ ਹੁੰਦੀ ਸੀ, ਕੋਰਾ ਘਰ ਕਮਰਾ ਹੁੰਦਾ ਸੀ, ਮੈਂ ਪੈਲਿੰਗ ਕਰਾਈ, ਸੀਲਿੰਗ ਕਰਾਈ, ਘੱਟ ਤਨਖਾਹ 'ਚ ਲੈ ਕੇ ਉਹ AC ਲਵਾਇਆ ਆਪਣੇ ਵਾਸਤੇ, ਇਹਨਾਂ ਦੇ ਬੋਝ ਨਹੀਂ ਮੈਂ ਬਣਿਆ। नहीं अच्छा कमरा, ਮੈਨੂੰ ਪਤਾ ਕਿ ਮੈਂ ਆਪਣਾ ਕਿਸ ਤਰ੍ਹਾਂ ਭੁੱਖੇ ਰਹਿ ਕੇ ਮੈਂ ਜੋੜ ਕੇ ਪੈਸੇ ਮੈਂ ਆਪਣੀ ਚੀਜ਼ਾਂ ਬਣਾਈਆਂ। ਜਿਹੜੇ ਲੋਕ ਹਰਾਮ ਨੇ ਉਹ ਕਹਿਣ ਜੀ ਮੈਂ ਤੇ ਬੁੱਢੇ ਬਾਰੇ ਜਾ ਕੇ ਕਰਾਂਗਾ, ਮੈਂ ਤੇ ਕਰਨਾ ਹੀ ਨਹੀਂ ਕੰਮ, ਮੈਂ ਤੇ ਨੌਕਰੀ ਕਰਨੀ। ਅੱਛਾ ਆਪਣਾ ਸਾਇਰਾ ਬਾਜੀ ਦਾ ਜ਼ਿਆ ਨੂੰ ਤੇ ਪੁੱਛੀ ਹੈ ਇਹਦੇ ਬਾਰੇ, ਰਿਸ਼ਤੇ ਦੇ ਬਾਰੇ ਚ ਬਾਅਦ ਹੀ ਪੁੱਛਣਾ ਨਹੀਂ ਹੈ ਗੱਲ ਹੈਗੀ। ਮੈਂ ਫਰਸ ਭਾਈ ਮੈਂ ਕੋਈ ਗਲਤ ਨਹੀਂ ਕਰ। ਆਹੋ ਟੇਕ ਲਾ ਮੈਨੂੰ ਨਾ ਤਾਂ ਕੋਈ ਲਾਲਚ ਹੈ ਦੁਨੀਆ ਦੀ ਕਿਸੇ ਚੀਜ਼ ਦਾ, ਨਾ ਮੈਨੂੰ ਇਹ ਲਾਲਚ ਹੈ ਕਿ ਮੈਨੂੰ ਉੱਤੇ ਸੁੱਟ ਦੇਵਾਂ, ਮੈਂ ਹੱਥ ਥੱਲੇ ਆ ਜਾਵਾਂ। ਮੈਂ ਕਦੀ ਕਿਸੇ ਨੂੰ ਤੰਗ ਕਰਕੇ ਕਦੀ ਖੁਸ਼ ਨਹੀਂ ਹੋ ਸਕਦਾ। ਮੈਂ ਉਹ ਬੰਦਾ ਹਾਂ, ਮੈਂ ਕਿਸੇ ਨੂੰ ਕਦੀ ਤੰਗ ਰੱਖ ਕੇ ਜਾਂ ਤੰਗ ਕਰਕੇ ਮੈਂ ਕਦੀ ਖੁਸ਼ ਨਹੀਂ ਹੋ ਸਕਦਾ। ਮੈਂ ਆਪ ਤੰਗੀ ਬਰਦਾਸ਼ਤ ਕਰ ਲੈਂਦਾ, ਮੈਂ ਇਹੋ ਜਿਹਾ ਬੰਦਾ ਹਾਂ। ਅੱਛਾ ਹਮੀਦ ਤੂੰ ਕੀ ਕੰਮ ਕਰ ਰਿਹਾ? ਮੈਂ ਫਿਲਹਾਲ ਫਰਗ ਹੈ। ਅੱਛਾ ਇਹ ਤੇ ਸਭ ਤੋਂ ਕਮਾਲ ਦਾ ਕੰਮ ਹੈ। ਸਾਡੀ ਫੈਮਿਲੀ 'ਚ ਬੜੀਆਂ ਮਿਸਾਲਾਂ ਨੇ। ਕੋਈ ਨਹੀਂ ਈਜ਼ੀ ਫੀਲ ਕਰ ਹੈ। ਸਹੀ ਹੈ। ਅੱਛਾ ਥੋੜਾ ਜਿਹਾ ਨਾ ਕੂਲ ਮਾਈਂਡ ਹੋ। ਤੇ ਹੁਣ ਜਿਹੜਾ ਕਮਰਾ ਤੂੰ ਲਾਕ ਲਾਇਆ ਹੈ
ਖੁੱਲਾ ਹੈ ਕਿਹੜਾ ਕਮਰਾ ਹੈ? ਜਿਹੜਾ ਕਹਿੰਦੇ ਨੇ ਖੋਲ ਦੇ ਕਮਰਾ। ਦਰਵਾਜ਼ਾ ਹੈਗਾ ਹੈ, ਦੋਜ਼ਖ ਦਾ ਦਰਵਾਜ਼ਾ ਹੈ। ਅੱਛਾ ਇੱਕ ਇਹਨੂੰ ਪੁੱਛੋ ਹਾਂ ਜਦੋਂ ਮੈਂ ਤਾਲਾ ਲਾਇਆ ਸੀ 6 ਮਹੀਨੇ ਪਹਿਲੇ, 8 ਮਹੀਨੇ ਪਹਿਲੇ, ਸਾਲ ਪਹਿਲੇ, ਹਾਂ। ਪੁੱਛੋ ਕਿੰਨੀ ਕੁ ਲੜਾਈ ਹੁੰਦੀ ਸੀ ਘਰ 'ਚ? ਦੱਸ ਯਾਰ, ਤੂੰ ਦੱਸ। ਮੈਂ ਆਪਣੇ ਕੰਮ ਨਾਲ ਕੰਮ ਨਹੀਂ ਰੱਖਦਾ, ਮੈਂ ਕਦੀ ਕਿਸੇ ਨੂੰ ਤੰਗ ਕੀਤਾ? ਪੁੱਛੋ ਜ਼ਰਾ। ਨਹੀਂ ਹੁਣ ਘਰਦਿਆਂ ਦੀ ਤੇਰੇ ਕੋਲ ਡਿਮਾਂਡ ਕੀ? ਚਲੋ ਘਰਦਿਆਂ ਨੂੰ ਛੱਡ, ਸਲਮਾ ਫੂਫੋ ਦੀ ਤੇਰੇ ਕੋਲ ਡਿਮਾਂਡ ਕੀ ਹੈ? ਇਹਨਾਂ ਦੀ ਡਿਮਾਂਡ ਹੈ ਕਿ ਇਹਨਾਂ ਦਾ ਦਿਮਾਗ ਹੈ ਸ਼ੈਤਾਨੀ, ਠੀਕ ਹੈ। ਨਹੀਂ ਮੈਂ ਸਲਮਾ ਫੂਫੋ ਦੀ ਗੱਲ, ਅੱਛਾ, ਮਿਲਦੇ ਨੇ ਔਰ ਆਪਸ 'ਚ ਹੀ ਗੱਲਬਾਤ ਕਰਦੇ ਨੇ, ਠੀਕ ਹੈ, ਤੇ ਆ ਕੇ ਮੇਰਾ ਦਿਮਾਗ ਖਰਾਬ ਕਰਦੇ। ਪਤਾ ਮੇਰੇ ਪਾਸ ਨੂੰ ਹਾਨੀ ਬਣਾਉਣੀ ਹੈ ਪਿਆਜ਼ ਲਾ ਦੇ ਤੂੰ ਬਹਿ ਜਾ ਇੱਥੇ, ਪਿਆਜ਼ ਤੋਂ ਬਗੈਰ ਹੀ ਬਣਾ ਦੋ। ਤੇ ਇਹ ਉਹ ਮੈਂ ਬੰਦ ਕਰ ਦੇਣਾ ਤਾਂ ਸਕੂਨ ਹੋ ਜਾਏ। ਸਹੀ ਹੈ। ਬਸ ਇਹ ਅੱਛਾ ਇਹ ਹੁਣ ਜਦੋਂ ਤੂੰ ਬੰਦ ਕਰ ਦਿੰਦਾ ਤੇ ਉਹ ਜਿਹੜਾ ਮੰਨੇ ਦਾ ਪੋਰਸ਼ਨ ਹੈ ਉਧਰੋਂ ਫਿਰ ਕੋਈ ਇੱਧਰ ਆ ਨਹੀਂ ਸਕਦਾ? ਹਾਂ, ਗੱਲ ਮੰਨੇ ਦੀ ਨਹੀਂ, ਗੱਲ ਇਹਦੀ ਹੈਗੀ ਹੈ। ਇਹ ਜਾਂਦੀ ਉੱਥੋਂ ਸਿੱਖ ਕੇ ਆਉਂਦੀ, ਫਿਰ ਜਾ ਕੇ ਉਹ ਜੋ ਪੱਟੀਆਂ ਪੜਾਉਂਦੇ ਨੇ, ਫਿਰ ਆ ਕੇ ਉਹ ਦਿਮਾਗ ਖਰਾਬ ਕਰਦੀ ਹੈ। ਅੱਛਾ ਉਹ ਅਗਰ ਜਿਹੜਾ ਉਹਨਾਂ ਦਾ ਪੋਰਸ਼ਨ ਉਹ ਇੰਡੀਪੈਂਡੈਂਟ ਹੈ, ਉਹਨਾਂ ਨੂੰ ਇੱਧਰ ਆਉਣ ਦੀ ਜ਼ਰੂਰਤ ਨਹੀਂ ਹੁੰਦੀ? ਨਹੀਂ ਹੁੰਦੀ। ਸਹੀ। ਉਹ ਸਿਰਫ ਇਹਦੇ ਵਾਸਤੇ ਖੋਲਿਆ ਜਦੋਂ ਬਿਮਾਰ ਹੁੰਦੀ ਉਦੋਂ ਮੈਂ ਖੋਲ ਦੇਣਾ ਹੁੰਦਾ ਤੇ ਚਲੋ ਇਹਨੂੰ ਆ ਕੇ ਦੇਖ ਲਿਆ, ਇਹਨੂੰ ਸੰਭਾਲ। ਸਹੀ। ਉਹ ਜ਼ਰੂਰਤ ਨਹੀਂ ਹੈਗੀ ਕਿ ਇਹ ਵਿੱਚ ਦਰਵਾਜ਼ਾ ਖੋਲ੍ਹਣ ਦੀ। ਚਲੋ ਬੇਟੇ ਉਹ ਜਿਹੜਾ ਨਾ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ, ਮੈਂ ਵੀ ਰਾਬਤਾ ਕਰਦਾ। ਅਵਲ ਤੇ ਪਹਿਲੀ ਕੋਸ਼ਿਸ਼ ਕਰਦੇ ਇੱਥੇ ਹੀ ਹੋ ਜਾਏ, ਤੇ ਨਹੀਂ ਤੇ ਫਿਰ ਪੈਸੇ ਖਰਚ ਕਰਕੇ ਤੇ ਉੱਥੋਂ ਤੇ ਫਿਰ ਇਨਸ਼ਾਅੱਲਾ ਲੈ ਹੀ ਆਵਾਂਗੇ, ਠੀਕ ਹੈ ਨਾ। ਤੇ ਤੂੰ ਜ਼ਰਾ ਕੂਲ ਮਾਈਂਡ ਹੋ ਬੇਟੇ, ਜ਼ਰਾ ਠੰਡਾ ਹੋ, ਗੁੱਸਾ ਜਿਹੜਾ ਨਾ। ਕੂਲਿੰਗ ਹੈ, ਮੈਂ ਭਾਈ ਗੱਲ ਪਤਾ ਹੀ ਗੱਲ ਹੈਗੀ, ਬੰਦਾ ਖੱਪ ਜਾਂਦਾ ਹੈਗਾ ਰੋਜ਼ਾਨਾ ਦੀ ਇਹੀ ਕੋਈ ਕਿਚਕਿਚੀ ਰੋਜ਼ਾਨਾ ਬੰਦਾ ਤੰਗ ਆ ਜਾਂਦਾ। ਮੈਂ ਬੜਾ ਸਕੂਨ ਚ ਹੈਗਾ, ਅੱਗੋਂ ਮੇਰੇ ਨਾਲ ਝੂਠ ਬੋਲੇ, ਅੱਗੋਂ ਬਹਿਸ ਕਰਦੀ, ਉੱਚੀ ਬੋਲਦੀ, ਡਰਾਮੇ ਕਰਦੀ, ਮੈਂ ਮਰ ਜਾਣਾ, ਮੈਂ ਇਹੋ ਜਿਹੀ ਰੰਗਬਤੀਆਂ ਲਾਉਂਦੀ ਤੇ ਹੈ ਫਿੱਟ ਹੈਗੀ, ਰੰਗਬਤੀਆਂ ਲਾਉਂਦੀ, ਗਲਤ ਕਰਦੀ ਨਾ। ਦੇਖੋ ਆਪਣੀ ਗੱਲ ਨੂੰ ਮਨਵਾਉਣਾ ਸੀ, ਆਪਣੇ ਆਪ ਨੂੰ ਸੱਚਾ ਸਾਬਿਤ ਕਰਨਾ, ਆਪਣੇ ਆਪ ਨੂੰ ਸੱਚਾ ਸਾਬਿਤ ਕਰਨਾ ਸੀ ਕਿ ਮੈਂ ਸੱਚੀ ਹਾਂ, ਹਰ ਪਾਸੋਂ ਮੈਂ ਸਹੀ ਹੈਗੀ ਹਾਂ। ਇਹ ਸਾਰੀ ਗਲਤ ਹੈਗੇ, ਇਹ ਮੇਰੀ ਔਲਾਦ ਗਲਤ ਹੈਗੀ। ਚਲੋ ਅੱਲਾਹ ਤਾਲਾ ਆਸਾਨੀ ਵਾਲਾ ਮਾਮਲਾ ਕਰੇ। ਦਿਲੋਂ ਮੰਨੇਗੀ ਤੇ ਕੋਈ ਕੰਮ ਦਿਲੋਂ ਮੰਨਦੀ ਨਹੀਂ, ਉਹੀ ਤੁਸੀਂ ਗੱਲ ਫੜ ਲੈਂਦੇ ਨਾ ਦਿਲੋਂ, ਉਤੋਂ ਹਾਂਜੀ ਹਾਂਜੀ ਠੀਕ ਹੈ ਤੇ ਵਿੱਚੋਂ ਨਾ ਹੀ ਹੋਏ ਜਾਂ ਝੂਠੀ ਹੋਏ, ਠੀਕ ਹੈ, ਇਹਨੂੰ ਲੁੱਟ ਦਿਖਾਵਾਂਗੇ, ਬਸ ਠੀਕ ਹੈ, ਗੱਲ ਉਹਦਾ ਹੋਏ ਬਸ ਠੀਕ ਹੈ, ਬਸ ਮੈਂ ਖੁਸ਼ ਹਾਂ, ਬਸ ਇਹ ਗੱਲ ਹੈ। ਬਾਕੀ ਮੈਨੂੰ ਇੰਨਾ ਪਤਾ ਕਿ ਜਦੋਂ ਮਰਨਾ ਇੱਕ ਦਿਨ ਹੈ, ਕਬਰ 'ਚ ਜਾਣਾ, ਉਹ ਸਾਰੇ ਹਿਸਾਬ ਕਿਤਾਬ ਹੋ ਚੁੱਕੀ ਹੈ ਕਿ ਮੈਂ ਕਿਸ ਵਾਸਤੇ ਬੋਲਣਾ, ਤਾਂ ਮੈਂ ਸਹੀ ਸਾਂ ਜਾਂ ਗਲਤ ਸਾਂ, ਉਹ ਵੀ ਪਤਾ ਲੱਗ ਜਾਏ। ਵੱਡੇ ਮੁਸਲਮਾਨ ਕਰਦੇ ਫਿਰਦੇ ਨੇ, ਕੋਈ ਬਾਤ ਦਾ ਪਤਾ ਹੀ ਨਹੀਂ ਲੋਕਾਂ ਨੂੰ। ਮੈਂ ਤਾਂ ਲੋਕਾਂ ਵਾਸਤੇ ਤਕਲੀਫ ਕੱਟ ਲੈਣਾ, ਆਪ ਮੈਂ ਉੱਤੇ ਰਹਿਣਾ, ਮੈਂ ਲੋਕਾਂ ਵਾਸਤੇ ਮੈਂ ਤਕਲੀਫ ਕੱਟਣਾ ਕਿ ਯਾਰ ਇਹਨਾਂ ਨੂੰ ਤੰਗੀ ਨਾ ਹੋਏ ਮੇਰੇ ਵੱਲੋਂ ਕੋਈ। ਮੈਂ ਸੈਪਰੇਟ ਹੋ ਗਿਆ ਬੜੀ ਦੇਰ ਦਾ, ਉੱਤੇ ਰਹਿਣਾ ਮੈਂ। ਉੱਤੇ AC ਵੀ ਨਹੀਂ ਸੀ ਹੁੰਦਾ, ਕੂਲਰ ਨਹੀਂ ਸੀ ਹੁੰਦਾ, ਤੇ ਇਸ ਤਰ੍ਹਾਂ ਦਾ ਕੋਰਾ ਕਮਰਾ ਹੁੰਦਾ ਸੀ, ਤੇ ਧੁੱਪਾਂ ਬਰਦਾਸ਼ਤ ਕਰਕੇ ਗਰਮੀਆਂ ਨੂੰ ਪੇਟ ਖਰਾਬ ਰਹਿੰਦਾ ਸੀ, ਤਾਂ ਲੱਗ ਕੇ ਬਿਮਾਰ ਹੋ ਗਏ, ਸਰਦੀਆਂ ਨੂੰ ਬਿਮਾਰ ਰਹਿਣਾ ਸਾ, ਸਰਦੀਆਂ ਨੂੰ ਇੰਨੀ ਮੈਂ ਮੁਸ਼ਕਿਲ ਕੱਟੀ ਹੋਈ ਹੈ, ਮੈਨੂੰ ਪਤਾ। ਬਿਮਾਰ ਹੋਣਾ ਮੈਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ, ਆਪੇ ਹੀ ਜਾਣਾ ਡਾਕਟਰ ਦੇ ਕੋਲ, ਕਦੀ ਕਿਸੇ ਨੇ ਨਹੀਂ ਆ ਕੇ ਪੁੱਛਿਆ ਮੈਨੂੰ ਕੀ ਜ਼ਰੂਰਤ, ਮੈਂ ਮੁਤਾਜ ਥੋੜੀ ਹਾਂ। ਮੇਰੇ ਨਾਲ ਵੀ ਇਹੀ ਦੇਖੋ ਜੀ, ਮੈਂ ਮੁਤਾਜ ਥੋੜੀ ਇਹਨਾਂ ਲੋਕਾਂ ਦਾ, ਮੈਂ ਗੱਲ ਕਰ ਰਿਹਾ, ਮੇਰੇ ਨਾਲ ਵੀ ਇਹੀ ਸਲੂਕ ਹੁੰਦਾ। ਗੱਲ ਹੈ ਕਿ ਆਪਣੇ ਤੱਕ ਰੋ ਨਾ, ਆਪਣੇ ਤੱਕ ਨਹੀਂ ਦੱਸ ਨਾ, ਮੈਂ ਹੁਣ ਕਿਹਨੂੰ ਕਹਾਂ, ਮੇਰੇ ਕੰਮਾਂ 'ਚ ਮੁਦਾਖਲਤ ਨਾ। ਨਹੀਂ ਮੇਰੇ ਨਾਲ ਵੀ ਇਹੀ ਸਲੂਕ ਹੁੰਦਾ, ਮੈਂ ਕਿਹਨੂੰ ਕਹਾਂ ਜਾ ਕੇ। ਤੁਸੀਂ ਤੇ ਮਾਸ਼ਾਅੱਲਾ ਸ਼ਾਦੀशुदा ਹੈਗੇ, ਬਾਲ ਬੱਚੇਦਾਰ ਹੈਗੇ, ਤੇ ਫਿਰ ਵੀ ਮੇਰੇ ਨਾਲ ਸ਼ਾਦੀਆਂ ਕਰਨੀਆਂ ਨੇ ਮਾਸ਼ਾਅੱਲਾ, ਠੀਕ ਹੈ। ਮੇਰੇ ਤਾਂ ਹੈ ਹੀ ਕੋਈ ਨਹੀਂ, ਮੈਂ ਤਾਂ ਵੈਸੇ ਗੱਲ ਕਰ ਨਹੀਂ, ਤੇ ਸ਼ਾਦੀ ਕਰਵਾ ਕੇ ਕੰਮ ਨਹੀਂ ਹੋ ਸਕਦਾ ਜਨਾਬ, ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ, ਉਹ ਇੱਕ ਲੱਗੀ ਰਹਿੰਦੀ ਹੈ, ਸੁਲ੍ਹਾ ਹੋ ਗਈ ਲੜਾਈ ਹੋ ਗਈ, ਸੁਲ੍ਹਾ ਹੋ ਗਈ ਲੜਾਈ ਹੋ ਗਈ। ਇੱਥੇ ਤਾਂ ਕੋਈ ਸੁਲ੍ਹਾ ਵਾਲਾ ਕਨਸੈਪਟ ਹੀ ਕੋਈ ਨਹੀਂ ਹੁੰਦਾ, ਇੱਥੇ ਕੋਈ ਪੁੱਛਦਾ ਹੀ ਕੋਈ ਨਹੀਂ ਹੁੰਦਾ, ਇੱਥੇ ਕੋਈ ਚੱਕਰ ਹੀ ਕੋਈ ਨਹੀਂ ਹੁੰਦਾ। ਉਹ ਤਾਂ ਇੱਕ ਚੀਜ਼ ਹੋਰ ਹੈਗੀ ਅਲੱਗ ਹੈ, ਉੱਥੇ ਸਿਸਟਮ ਇਸ ਤਰ੍ਹਾਂ ਦਾ ਹੈਗਾ ਕਿ ਕਦੀ ਲੜਾਈ ਕਦੀ ਸੁਲ੍ਹਾ, ਕभी खुशी कभी गम। ਫਿਲਮ ਦੇਖੀ ਹੈ ਨਾ, ਕभी खुशी कभी गम, ਉਹ ਚੀਜ਼ ਹੈ। ਤੇ ਇਹ ਤਾਂ ਲਾਈਫ ਹੈ, ਉਸੇ ਤਰ੍ਹਾਂ ਹੀ ਜਾਈ ਜਾ ਰਹੀ ਹੈ ਜਿਸ ਤਰ੍ਹਾਂ ਚੱਲ ਰਹੀ ਹੈ, ਯਾਨੀ ਗਮ ਹੀ ਗਮ ਹੈ, ਖੁਸ਼ੀ ਹੈ ਹੀ ਖੁਸ਼ੀ ਕੋਈ ਨਹੀਂ, ਖੁਸ਼ੀ ਵਾਲਾ ਚੱਕਰ ਕੋਈ ਨਹੀਂ ਹੈਗਾ। ਇਹਦਾ ਕਰਵਾ ਦੇ ਕੰਮ, ਖੁਸ਼ੀ ਵਾਲਾ ਚੱਕਰ ਕੋਈ ਨਹੀਂ, ਜਿੰਨੇ ਪੈਸੇ ਪੂਸੇ ਲੱਗਣਗੇ ਲਾ ਦੇਗਾ ਅਜ਼ੀਜ਼, ਆਉਣ ਜਾਣ ਤੇ ਖਰਚਾ ਪਾਣੀ ਜ਼ਾਹਰ ਹੈ, ਉਹ ਇਹਨੂੰ ਤੂੰ ਖਰਚਾ ਪਾਣੀ ਲਾ ਦੇਣਾ ਜਿੱਥੇ ਆਏ ਜਾਏਗੀ ਨਾ, ਲਾ ਦੇ। ਚਲੋ ਤੁਸੀਂ ਇਹਦਾ ਕਰੋ ਨਾ, ਕਿਉਂਕਿ ਇਹ ਜਿਹੜਾ ਨਾ ਇਹਦਾ ਮਸਲਾ ਵੀ ਇਹਦਾ ਵੀ ਹੈਗਾ ਮਸਲਾ ਨਾ, ਕਿ ਇਹ ਆਪਣਾ ਇਹਨੂੰ ਕੋਈ ਸੰਭਾਲਣ ਵਾਲੀ ਹੈ, ਠੀਕ ਹੈ, ਤਾਂ ਕਿ ਜਿਹੜੀ ਨਾ ਅਮੀ ਜਿਹੜਾ ਨਾ ਉਹਨੂੰ ਜ਼ਰਾ ਸਾਈਡ 'ਤੇ ਕਰੀਏ, ਜੋ ਵੀ ਸੋਚਦਾ ਫਿਰ ਮੈਂ ਆਪਣਾ ਕੁਛ ਸੋਚਾਂ,
ਇਹਦਾ ਵੀ ਮਸਲਾ ਹੈਗਾ ਕਿਹਦਾ? ਅਮੀਰ ਦਾ ਜੋ ਵੀ ਹੈ ਅੱਛਾ, ਪਹਿਲੇ ਅਮੀਰ ਦੀ ਸ਼ਾਦੀ ਕਰਵਾਈ ਹੈ? ਤਾਂ ਕਿ ਮੈਂ ਖਿਚਕਿਚਾਣ ਨਹੀਂ ਚਾਹੁੰਦਾ ਆਪਣਾ। ਕੱਲ ਨੂੰ ਮੈਨੂੰ ਕਹੇ ਜੀ ਕਿ ਲੋਕੀ ਮੈਨੂੰ ਤਾਨੇ ਕਰਦੇ ਨੇ ਇਹਦਾ ਹੋ ਗਿਆ, ਮੇਰਾ ਵੀ ਹੋ ਗਿਆ। ਮੇਰਾ ਅਮੀਰ ਤੇ ਤੋਂ ਛੋਟਾ ਬੜਾ ਹੈ? 1 ਸਾਲ ਹੀ ਵੱਡਾ ਹੈਗਾ। ਮੈਂ ਨਹੀਂ ਚਾਹੁੰਦਾ ਕਿ ਬਗੈਰ ਕਿਸੇ ਯਾਨੀ ਕਿ ਅਸੂਲ ਤੋਂ ਹਟ ਕੇ ਲੇਕਿਨ ਬੇਟੀ ਗੱਲ ਸੁਣ, ਅਗਰ ਉਹ ਜਿਹੜਾ ਲੜਕੀ ਵਾਲਿਆਂ ਦੇ ਨਾਲ, ਮੈਂ ਕਿਸੇ ਵੀ ਲੜਕੀ ਵਾਲਿਆਂ ਨਾਲ ਗੱਲ ਕਰਾਂਗਾ ਨਾ, ਸਭ ਤੋਂ ਪਹਿਲਾ ਸਵਾਲ ਉਹਨਾਂ ਦਾ ਕੀ ਹੁੰਦਾ ਹੈ? ਲੜਕਾ ਕਰਦਾ ਕੀ ਹੈ? ਮੈਂ ਤਾਂ ਬੜਾ ਅਰਸਾ ਹੋ ਗਿਆ ਸ਼ਾਦੀਆਂ ਸ਼ੁਦੀਆਂ ਫੀਸ ਲੀਲਾ ਮੈਂ ਕਰਵਾ ਰਿਹਾ, ਰਿਸ਼ਤੇ ਕਰਵਾ ਰਿਹਾ, ਅਤੇ ਉਹਨਾਂ ਦਾ ਪਹਿਲਾ ਸਵਾਲ ਲੜਕੀ ਵਾਲਿਆਂ ਦਾ ਕੀ ਹੁੰਦਾ ਹੈ? ਨਾ ਏਜ ਪੁੱਛਦੇ ਨੇ, ਨਾ ਮਜ਼ਹਬ ਪੁੱਛਦੇ ਨੇ, ਨਾ ਜ਼ਾਤ ਪੁੱਛਦੇ ਨੇ। ਸਭ ਤੋਂ ਪਹਿਲੀ ਗੱਲ ਕੀ ਪੁੱਛਦੇ ਨੇ? ਲੜਕਾ ਕਰਦਾ ਕੀ ਹੈ। ਅਤੇ ਇਹਨੂੰ ਫਿਰ ਕੋਈ ਇਹਦਾ ਕੋਈ ਕਾਰੋਬਾਰ, ਇਹਦਾ ਕੋਈ ਕੰਮ ਸ਼ਮ, ਕੋਈ ਠਈਆ ਸ਼ਈਆ ਦਾ ਸ਼ੁਰੂ ਕਰਵਾ ਨਾ, ਫਿਰ ਇਹਦਾ ਕਰਵਾ ਦਿੰਦੇ ਹਾਂ ਪਹਿਲੇ। ਇਹ ਦੇਖ ਨਾ, ਤੂੰ ਹੁਣ ਇੰਨਾ ਸਮਝਦਾਰ ਬੱਚਾ ਹੈ। ਅਸਲ 'ਚ ਗੱਲ ਪਤਾ ਕੀ ਕਿੰਨੀ ਏਜ ਹੋ ਗਈ ਤੇਰੀ? ਇਹ ਉਲਟੇ ਰਹਿ ਨਹੀਂ ਸਕਦਾ, ਇਹ ਇਕੱਲਾ ਨਹੀਂ ਰਹਿ ਸਕਦਾ। ਮੈਂ ਜਿੱਥੇ ਰਹਿਣਾ ਨਾ ਉੱਥੇ ਰਹਿਣਾ ਬੜਾ ਮੁਸ਼ਕਿਲ ਹੈ। ਉੱਥੇ ਕੋਈ ਵੀ ਇਹ ਕਮਰਾ ਕਿਹਦਾ ਹੈ? ਇਹ ਫਿਲਹਾਲ ਦਾ ਹੀ ਹੈ। ਹਮੀਦ ਦਾ? ਨਹੀਂ, ਹਮੀਦ ਇਕੱਲੇ ਦਾ ਜਾਂ ਨਾਲ ਹੋਰ ਵੀ ਕੋਈ ਹੈ? ਇਕੱਲੇ ਦੇ ਨਾਲ ਚੀਜ਼ ਲੈ ਕੇ ਨੇ 2-4। ਅੱਛਾ, ਇਕੱਲਾ ਹੀ ਹੈ। ਨਹੀਂ ਤੂੰ ਆਪ ਹੀ ਦਿਨ ਹੈਗਾ। ਨਹੀਂ ਮੈਂ ਹੁਣ ਕਿਤੇ ਨਹੀਂ ਗਿਆ। ਅੱਛਾ, ਦਿਓਬੰਦ ਹੋ ਗਿਆ। ਅੱਛਾ, ਮੈਨੂੰ ਇਹ ਦੱਸ, ਤੇਰੀ ਏਜ ਕਿੰਨੀ ਹੁਣ ਐਗਜ਼ੈਕਟ ਸਹੀ ਐਕਚੁਅਲ? ਮੇਰੀ 42 ਹੋ ਗਈ। 42 ਹੋ ਗਈ, ਤੇ ਹਮੀਦ ਦੀ 43 ਹੋਏਗੀ ਫਿਰ? ਮੇਰੀ 44 ਹੋ ਗਈ। 44 ਹੋ ਗਈ, 2 ਸਾਲ ਦਾ ਫਰਕ ਹੈ। 43 ਹੋ ਗਈ ਹੋਣੀ ਹੁਣ, ਜ਼ਾਹਿਰੀ ਗੱਲ ਹੈ। ਇਹ ਦੇਖੋ ਜੀ, 14 ਮਹੀਨੇ। ਇੱਥੇ ਸਾਡੇ ਪਾਕਿਸਤਾਨ ਦੀ ਬਦਕਿਸਮਤੀ ਇਹ ਹੈਗੀ ਕਿ 40 ਸਾਲ ਤੱਕ ਬੰਦਾ ਆਪਣੀ ਜ਼ਿੰਦਗੀ ਦਾ ਫੈਸਲਾ ਨਹੀਂ ਕਰ ਸਕਦਾ। ਇਹ ਮਿਸਾਲ ਹੈ ਇਸ ਜਗ੍ਹਾ ਤੇ ਬਿਲਕੁਲ ਪਰਫੈਕਟ ਹੈ। 40 ਸਾਲ ਤੱਕ ਆਪਣੀ ਜ਼ਿੰਦਗੀ ਦਾ ਫੈਸਲਾ ਨਹੀਂ ਕਰ ਸਕਦਾ। ਤੇ ਵਾਲ ਕਾਲੇ ਹੀ ਨੇ ਜਾਂ ਹਾਲੇ ਕੋਈ ਕਲਰ ਸ਼ਲਰ ਤਾਂ ਨਹੀਂ ਕਰਦਾ ਨਾ? ਇਹ ਥੋੜੇ ਥੋੜੇ ਚਿੱਟੇ ਹੋਣਾ ਸ਼ੁਰੂ ਹੋਏਗਾ। ਅੱਛਾ ਅੱਛਾ, ਇਹਨਾਂ ਦੀ ਟੈਨਸ਼ਨ ਨਾ ਲੈ ਲੈ, ਕਿਲਕ ਆਉਂਦੀ ਹੈ। ਵੈਸੇ ਲੱਗਦਾ ਤਾਂ ਨਹੀਂ ਪਤਾ ਆ ਨਹੀਂ ਲੱਗਦਾ, ਨਹੀਂ ਹੈ। ਨਹੀਂ ਲੱਗਦਾ ਲੱਗਦਾ 30-35 ਦਾ ਹੀ ਲੱਗਦਾ। ਵੀ ਮੈਂ ਉਹ ਦੇਖੋ ਜੀ ਗੱਲ ਹੈਗੀ ਹੈ, ਹਾਂ, 30-35 30-35 ਕਿਹਾ ਮੈਂ। ਤੂੰ ਹੁਣ 15 ਸਾਲ ਦਾ ਬਣਾ ਦੇਵੇਂ ਤੇ ਤੇਰੀ ਆਪਣੀ ਮਰਜ਼ੀ। ਚਲੋ ਖੁਸ਼ ਰਹੋ, ਅੱਲਾਹ ਤਾਲਾ ਸਾਰੇ ਮਸਲੇ ਹੱਲ ਕਰ ਦੇ। ਅੱਲਾਹ ਪਾਕ ਨਹੀਂ ਕਰਨੇ ਬੇਟੇ। ਦੇਖੋ ਜੀ ਅੱਲਾਹ ਪਾਕ ਨੇ ਕਰਨੇ, ਥੱਲੇ ਵੀ ਲੋਕ ਬੈਠੇ ਨੇ ਮਸਲੇ ਖਰਾਬ ਕਰਨ। ਅੱਲਾ ਬੰਦੇ ਦਾ ਕਦੀ ਬੁਰਾ ਨਹੀਂ ਸੋਚਦਾ, ਅਸੀਂ ਆਪ ਨਾ ਬੁਰਾ ਸੋਚਦੇ। ਅਸੀਂ ਕਦੀ ਕਿਸੇ ਨੂੰ ਤੰਗ ਨਹੀਂ ਕੀਤਾ, ਲੋਕਾਂ ਨੇ ਸਾਨੂੰ ਤੰਗ ਕੀਤਾ। ਹੋਏ ਹੋਏ, ਮੈਨੂੰ ਆਪਣਾ ਕਮਰਾ ਤੇ ਦਿਖਾ। ਆਇਓ ਆ ਸਲਾ ਦੇ, ਜਿੱਥੇ ਮੇਰੀ ਬਹੂ ਨੇ ਆਣਾ ਹੈ ਉਹ ਦੇਖਾਂ ਤੇ ਸਹੀ ਉਹਦੀ ਕੀ ਹਾਲਤ ਹੈ। ਇਧਰ ਆਓ। ਅੱਛਾ, ਓਏ ਅੱਲਾ ਮੇਰੀ ਤੋਬਾ। या अल्लाह मेरी तौबा। वाह जी वाह, जबरदस्त। ये तो ठंडा है कमरा? ठंडा नहीं हले, गर्मी नहीं ना पिछली बार नहीं, वो जिथे असी बैठे थे उत्थे गर्मी लगती थी। गर्मी लग रही थी, लेकिन हले होएगी गर्मी। एसी उसी तो नहीं चलाया असी? नहीं हले तो नहीं चलाया, एसी तो नहीं चलाया। जबरदस्त है, सही है। कपड़े पहन रखे वो शॉपर ऐसे करके है कि वो अखा च लाइट नहीं लगेगा। बैठो बह जा। बैठो बैठो। नहीं, पखे की जरूरत नहीं है बेटे। असल च ना मैं पखा मैं लैना हीट, मैं इन्हों नहीं चला देना, इन्हों जरूरत होंगी पखे की। सही। बड़े अरसे बाद मैं आया इस छत पे, मेरा ख्याल है कोई 30 साल तो हो ही गया।
ਅੱਛਾ ਉਹ ਜਿਹੜਾ ਪੋਰਸ਼ਨ ਕਿਰਾਏ ਤੇ ਦਿੱਤਾ ਸੀ, ਉਹ ਥੱਲੇ ਹੈਗਾ ਇਹਦੇ, ਅੱਛਾ ਦਿੱਤਾ ਹੋਇਆ ਹਾਲੇ ਵੀ ਕਿਰਾਏ ਤੇ? ਥੱਲੇ ਉਹ ਕਿੰਨਾ ਕਿਰਾਇਆ ਦਿੰਦੇ ਨੇ? ਉਹ ਦਿੰਦੇ ਨੇ ਮੇਰਾ ਖਿਆਲ ਹੈ 20 22 23 ਹਜ਼ਾਰ ਦਾ। ਉਹ ਕਿਰਾਇਆ ਕੌਣ ਲੈਂਦਾ? ਜ਼ਾਹਰੀ ਗੱਲ ਹੈ ਕੋਈ ਬੈਠੀ ਹੈ ਉਹ ਨਹੀਂ ਅੰਮਾ ਲੈਣਾ। ਅੰਮਾ ਲੈਂਦੀ ਹੈ। ਹਾਂ, ਉਹ ਨਹੀਂ ਲੈਣਾ। ਤੇ ਉਹਨਾਂ ਦਾ ਹੋਰ ਜਿਹੜਾ ਖਰਚੇ ਖੁਰਚੇ ਦਾ ਸਿਸਟਮ ਹੈ ਦੱਸਣ। ਹਾਂ ਅਮੀ ਦਾ ਹੈਗਾ ਕਿ 4-5 ਹਜ਼ਾਰ ਰੁਪਏ ਦਵਾਈਆਂ ਦਾ ਮਹਿੰਗਾ ਹੂੰ, ਬਾਕੀ ਕਿਰਾਇਆ ਆ ਜਾਂਦਾ ਹੂੰ, ਤੇ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ। ਹੂੰ। ਬਾਕੀ ਹਮੀਦ ਜਿਹੜਾ ਹੈਗਾ ਨਾਲ ਹੀ ਨਹੀਂ ਜਿਹੜਾ ਹਮੀਦ ਦਾ ਖਰਚਾ ਕੌਣ ਚੁੱਕਦਾ? ਹਮੀਦ ਦਾ ਜਿਹੜਾ ਹੈਗਾ ਇਸ ਟਾਈਮ ਕਦੀ ਕਦਾ ਥੋੜਾ ਬਹੁਤਾ ਮੈਂ ਹੋ ਜਾਂਦਾ, ਕਦੀ ਕਦਾ ਰੋਜ਼ਾਂ ਦੀ ਥੋੜਾ ਜਿਹਾ ਬਾਕੀ ਜਿਹੜਾ ਹੈਗਾ ਕਿ ਉਹ ਹਾਲੇ ਆਪਰੇਟ ਉਹਨੇ ਕਰਵਾਇਆ ਤੇ ਉਸ ਤੋਂ ਬਾਅਦ ਕੰਮ ਤੇ ਜਾਏਗਾ। ਆਪਰੇਟ ਕਾਹਦਾ ਕਰਵਾਇਆ? ਕਿਤੇ ਦਾ ਕਰਵਾਇਆ, ਕਿਤੇ ਦਾ ਕਰਵਾਇਆ। ਹੁਣ ਠੀਕ ਹੈ ਤਬੀਅਤ? ਹਾਂ ਦਿੱਤਾ ਹੈ ਕਾਫੀ ਦਿੱਤਾ ਹੈ। ਨਹੀਂ ਬੇਟੇ ਮੇਰੀ ਗੱਲ ਸੁਣ, ਮੈਂ ਨਾ ਸਿੱਧੀ ਗੱਲ ਕਰਨ ਦਾ ਆਦੀ ਹਾਂ। ਮੈਂ ਸ਼ੁਰੂ ਤੋਂ ਹੀ ਮੇਰੀ ਤਬੀਅਤ ਰਹਿੰਦੀ ਹੈ ਤੇ ਜੇ ਤੂੰ ਕਹਿਣਾ ਨਾ ਕਿ ਤੇਰੀ ਸ਼ਾਦੀ ਵਾਸਤੇ ਅਸੀਂ ਕੋਸ਼ਿਸ਼ ਕਰੀਏ ਤੇ ਫਿਰ ਹਮੀਦ ਦਾ ਤੇ ਉਹ ਜਿਹਦੇ ਨਾਲ ਵੀ ਅਸੀਂ ਗੱਲ ਕਰਾਂਗੇ ਉਹਨਾਂ ਨੇ ਕਹਿਣਾ ਕਰਦਾ ਕੀ ਹੈ। ਇਹੀ ਗੱਲ ਤੇ ਫਿਰ ਤੂੰ ਇਹਦਾ ਮਤਲਬ ਹੈ ਤੇ ਤੇਰੇ ਵੱਲੋਂ ਫਿਰ ਨਾ ਹੀ ਸਮਝੀਏ ਅਸੀਂ ਜੇ ਨਹੀਂ ਤੂੰ ਕਰਦੇ ਹੋ ਕੋਈ ਅੱਛਾ ਸੂਟੇਬਲ ਅਗਰ ਆਰਾਮ ਨਾਲ ਮੇਰਾ ਮੰਨ ਜਾਂਦੇ ਨੇ ਲੋਕ ਠੀਕ ਹੈ। ਨਹੀਂ ਤੇਰਾ ਤੇ ਇਨਸ਼ਾਅੱਲਾ ਹੋ ਜਾਏਗਾ। ਦੇਖੋ ਮੈਂ ਸੀ ਬੜਾ ਤੇਰਾ ਤੇ ਅੱਜ ਤੋਂ ਮੈਂ ਤੈਨੂੰ ਦੱਸਾਂ, ਮੈਂ ਵੀ ਅੱਜ ਅਗਰ ਨਿਕਲਾ ਨਾ ਤੇ ਅਲਹਮਦੁਲਿਲਾ ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਮੇਰੇ ਅੱਗੇ ਵੀ ਲੈਣਾ ਲੱਗ ਜਾਂਦੀਆਂ ਨੇ। ਠੀਕ ਹੈ ਕਿਉਂ? ਕਿਉਂਕਿ ਲੋਕਾਂ ਦੀ ਨਜ਼ਰ ਦੇ ਵਿੱਚ ਸਰਕਾਰੀ ਮੁਲਾਜ਼ਮ ਚਪੜਾਸੀ ਵੀ ਹੋਵੇ ਨਾ ਉਹਦੀ ਵੀ ਬੜੀ ਵੈਲਿਊ ਹੈ। ਉਹਨੂੰ ਇੰਝ ਸਮਝਦੇ ਨੇ ਜਿਸ ਤਰ੍ਹਾਂ ਜ਼ਮੀਨ 'ਤੇ ਬੈਠਾ ਬੰਦਾ ਨਾ ਚੰਦ ਨੂੰ ਵੇਖਦਾ ਹੈ। ਇਹ ਸੂਰਤ ਹਾਲ ਹੈ ਤੇ ਬਾਕੀ ਅੱਲਾ ਖੈਰ ਕਰੇ, ਕੋਈ ਨਹੀਂ ਐਸੀ ਗੱਲ। ਮੈਂ ਕਰਵਾਉਣ ਨੂੰ ਤਿਆਰ ਹੈਗਾ ਲੇਕਿਨ ਮੈਂ ਨਾ ਰਿਸ਼ਤੇ ਸਰਚ ਕਰਕੇ ਦਿਖਾਉਂਦੇ ਹਾਂ ਲੋਕੀ ਆ ਕੇ ਟਾਈਮ ਜਾਇਆ ਕਰਕੇ ਵੀ ਚੱਲ ਗਏ ਠੀਕ ਹੈ ਨਾ। ਨਹੀਂ ਮੈਂ ਟਾਈਮ ਸਿੱਧੋ- ਤੋਂ ਜ਼ਾਇਆ ਅਸੀਂ ਕਰਨਾ ਹੀ ਨਹੀਂ। ਅਸੀਂ ਬਸ ਇੰਨਾ ਕਰਨਾ ਹੈ, ਇੱਧਰ ਕੁੜੀ ਵਾਲਿਆਂ ਨੇ ਯੈਸ ਕਰਨਾ ਹੈ। ਅਸੀਂ ਕਹਿਣਾ ਜੀ ਕਿ ਤੁਹਾਡਾ ਅਸੀਂ ਇੱਕ ਟੈਡੀ ਪੈਸਾ ਨਹੀਂ ਖਰਚ ਕਰਨਾ। ਇਹ ਹੁਣ ਬੇਟੇ ਦੀ ਕਰਨੀ ਸੀ ਨਾ ਸ਼ਾਦੀ, ਮੈਂ ਉੱਥੇ ਗਿਆ ਉਦੋਂ ਬਾਜੀ ਜ਼ਾਹਰਾ ਨਾ ਜਾਣਦਾ ਹੀ ਆ ਤੂੰ, ਤੁਹਾਡਾ ਤੇ ਆਉਣਾ ਜਾਣਾ ਸੀ ਉਦੋਂ ਹਯਾਤ ਸਨ। ਮੈਂ ਉੱਥੇ ਜਾ ਕੇ ਉਹਨਾਂ ਨੇ ਕਿਹਾ ਜੀ ਮੇਰੀ ਇੱਕੋ ਹੀ ਸ਼ਰਤ ਹੈ। ਉਹ ਘਬਰਾ ਗਏ, ਕਹਿੰਦੇ ਕੀ? ਮੈਂ ਕਿਹਾ ਜੀ ਅਸੀਂ ਤੁਹਾਡਾ ਬੱਚੀ ਦੀ ਸ਼ਾਦੀ ਦੇ ਉੱਤੇ ਇੱਕ ਟੈਡੀ ਪੈਸਾ ਨਹੀਂ ਖਰਚੋਂ ਦੇਣਾ। ਅਸੀਂ ਬੱਚੀ ਦੇ ਕੱਪੜੇ ਵੀ ਨਾਲ ਲੈ ਕੇ ਆਵਾਂਗੇ, ਉਹੀ ਕੱਪੜੇ ਅਸੀਂ ਪਹਿਨਾ ਕੇ ਤੇ ਨਾਲ ਲੈ ਜਾਂਦੇ ਨੇ। ਜਿਹੜਾ ਇਹਦਾ ਸਾਰਾ ਸਮਾਨ ਹੈ ਨਾ, ਜੁੱਤੀ ਤੋਂ ਲੈ ਕੇ ਕੱਪੜੇ, ਇੱਕ ਪਿੰਨ ਵੀ ਜਿਹੜੀ ਹੈ ਨਾ ਅਸੀਂ ਉਹ ਇੱਥੋਂ ਅਸੀਂ ਨਹੀਂ ਲੈ ਕੇ ਜਾਣੀ ਕਿਉਂਕਿ ਇਹਨੇ ਬਾਅਦ 'ਚ ਵੀ ਤਾਂ ਆਉਂਦੇ ਰਹਿਣਾ ਨਾ। ਇੱਥੇ ਆਏਗੀ ਉੱਥੇ ਹੀ ਆਪਣਾ ਪੁਰਾਣਾ ਸਮਾਨ ਇਸਤੇਮਾਲ ਕਰੇਗੀ ਬਜਾਏ ਬੈਗ ਭਰ ਕੇ ਚੁੱਕ ਕੇ ਲੈ ਜਾਣ ਦੇ। ਸਹੀ ਹੈ ਨਾ? ਇਹ ਮੈਂ ਉਹਨਾਂ ਦੇ ਅੱਗੇ ਸ਼ਰਤ ਰੱਖੀ। ਮੈਂ ਕਿਹਾ ਜਿਹੜਾ ਇੱਥੇ ਨਿਕਾਹ ਦੇ ਉੱਤੇ ਜਿਹੜੇ ਮਹਿਮਾਨ ਆਉਣਗੇ ਉਹ ਵੀ ਓਵਰਆਲ ਜਿੰਨਾ ਵੀ ਖਾਣੇ ਪੀਣੇ ਦਾ ਖਰਚਾ ਜੋ ਕੁਛ ਵੀ ਹੋਏਗਾ ਅਸੀਂ ਖੁਦ ਕਰਾਂਗੇ। ਇਹ ਮੇਰੀ ਸ਼ਰਤ ਹੈ। ਉਹਨੇ ਕਿਹਾ ਜੀ ਠੀਕ ਹੈ। ਉਹ ਤਾਂ ਫਿਰ ਬਾਅਦ ਵਿੱਚ ਉਹ ਵੀ ਅੱਲਾ ਨੂੰ ਚਲੇ ਗਏ ਤੇ ਬਾਕੀ ਠੀਕ ਹੈ। ਅੱਲਾ ਪਾਕ ਨੇ ਸਾਰੇ ਕੰਮ ਸੋਹਣੇ ਕਰ ਦਿੱਤੇ ਤੇ ਅਸੀਂ ਇਨਵਾਈਟ ਤਾਂ ਕੀਤਾ ਸੀ ਤੁਹਾਨੂੰ ਵੀ ਸਾਰਿਆਂ ਨੂੰ ਤੇ ਤੁਹਾਡੇ ਤੋਂ ਫਿਰ ਕੋਈ ਵੀ ਨਹੀਂ ਆਇਆ। ਚਲੋ ਖੈਰ ਉਹ ਹੁਣ ਬੇਟੇ ਗੱਲ ਇਹ ਵੇ ਕਿ ਅਸੀਂ ਤੇ ਸ਼ਾਰਟਕਟ ਮਾਰਨਾ। ਅਸੀਂ ਉਹ ਲੰਬਾ ਚੌੜਾ ਜੋ मैं खुद ऐसा अच्छी नहीं था। मैं खुद ਰਵਾਇਤੀ ਸ਼ਾਦੀਆਂ ਵਾਲਾ ਕੰਮ ਕਰਨਾ ਹੀ ਨਹੀਂ। मैं खुद ऐसा अच्छी नहीं ਮੈਂ ਉਹ ਲੜਕੀ ਵਾਲੇ ਜੋ ਹੀ ਤਿਆਰ ਰਾਜ਼ੀ ਹੋਣਗੇ ਨਾ ਤੇ ਮੈਂ ਐਸਟੀਮੇਟ ਲਾਣਾ ਕਿ ਓਵਰਆਲ ਕਿੰਨਾ ਖਰਚਾ ਆਏਗਾ। ਉਹਦੇ 'ਚ ਕੁਛ ਮੈਂ ਪਾਵਾਂਗਾ, ਕੁਛ ਤੈਨੂੰ ਮੈਂ ਕਹਾਂਗਾ ਤੂੰ ਪਾਏਗਾ ਤੇ ਅਸੀਂ ਨਿਕਾਹ ਪੜ੍ਹਾ ਕੇ ਤੇ ਆਪਣੀ ਬਹੂ ਘਰ ਲੈ ਆਵਾਂਗੇ। ਅੱਲਾ ਅੱਲਾ ਇਹ ਲੰਬਾ ਚੌੜਾ ਤਾਮ ਜਾਮ ਅਸੀਂ ਕਰਨਾ ਹੀ ਨਹੀਂ। बनता भी नहीं। ਹਾਂ ਤੇ ਬਸ ਤੂੰ ਹੁਣ ਕੂਲ ਮਾਈਂਡ ਰਹਿਣਾ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਆਪਣੀ ਅੰਮੀ ਦੇ ਨਾਲ ਨਾ ਜ਼ਰਾ ਪਿਆਰ ਮੁਹੱਬਤ ਨਾਲ ਗੱਲ ਕਰਿਆ देखो ਕਰ। जी मैं सच्चाई में करना चाहूँगा कि ਉਹ ਜਿੰਨੇ ਵੀ ਗੁੱਸੇ ਗਿਲੇ ਨੇ ਆਰਾਮ ਨਾਲ ਮੁਹੱਬਤ ਨਾਲ ਗੱਲ ਕਰ ਲਈ। गल कोई नहीं है ऐसी ठीक है। मैं ना इस घर की बदमजगी नहीं चाहता। मैं चाहना कि अपने घर की गल अपने घर तक रहे ठीक है। कोई दूसरी औरत आके मेरी माँ हैगी लाई ला के सीधी गल है उन्हें पट्टी ना पढ़ाया आके तो मेरे घर मेरा दिमाग ना खराब हो तो बदमजगी ना कर ठीक है। लोग ऐसे विचों पूछने ओवरऑल सारी जगह ते इस तरह लेकिन लोग ये कहते हैं कि यार कि नुकसान क्यों नहीं होता क्या फायदा लगे ना
ਇਹਦਾ ਪੈਸਾ ਸੇਵਿੰਗ ਨਾ ਹੋਏ, ਇਹਦਾ ਪੈਸਾ ਲੱਗੇ, ਠੀਕ ਹੈ। ਆਏ ਦਿਨ ਕੋਈ ਨਾ ਕੋਈ ਮੁਸ਼ਕਲ ਛੱਡ ਦੇਣੀ, ਆਏ ਦਿਨ ਕੋਈ ਨਾ ਕੋਈ। ਤੇ ਮੈਂ ਐਸੇ ਕਰਕੇ ਤਾਲਾ ਲਾਇਆ, ਠੀਕ ਹੈ। ਮੈਂ ਪਹਿਲੇ ਵੀ ਲਾ ਦਿੰਦਾ ਹੁੰਦਾ ਤਾਲਾ, ਲੇਕਿਨ ਇਹ ਕੁਝ ਜ਼ਿਆਦਾ ਹੈ ਜਿਹਨੇ ਮੇਰਾ ਮਗਜ਼ ਚਟਿਆ ਮੇਰੀ ਮਾਂ ਨੇ, ਠੀਕ ਹੈ। ਤੇ ਜਿਸ ਵੇਲੇ ਮੈਨੂੰ ਜ਼ਿਆਦਾ ਹਾਈਪਰ ਹੋਣਾ ਪਿਆ, ਅਦਰਵਾਈਜ਼ ਇੰਨਾ ਹਾਈਪਰ ਮੈਂ ਹੁੰਦਾ ਨਹੀਂ ਹੁੰਦਾ, ਕਿਉਂਕਿ ਇਹ ਅੱਗੋਂ ਬਹਿਸ ਕਰਦੀ ਨਾ, ਅੱਗੋਂ ਯਾਨੀ ਕਿ ਸੱਚ ਨੂੰ ਝੂਠ ਕਹਿੰਦੀ ਹੈ, ਯਾਨੀ ਕਿ ਝੂਠ ਨੂੰ ਸੱਚ ਨਹੀਂ ਕਹਿੰਦੀ, ਯਾਨੀ ਕਿ ਨਾ ਮਤਲਬ ਕਿ ਆਪਣੀ ਗੱਲ ਤਾਂ ਮੰਨਦੀ ਨਹੀਂ ਯਾਰ, ਉਹ ਬੋਲਦੀ ਝੂਠੀ ਕਸਮਾਂ ਖਾਂਦੀ ਹੈ, ਠੀਕ ਹੈ। ਨਹੀਂ, ਉਹਨੇ ਨਹੀਂ ਕਿਹਾ। ਪਹਿਲੇ ਦਿਨ ਇਹਨੇ ਗੱਲ ਕੀਤੀ ਕਿ ਜੀ ਉਹਨੇ ਇੱਕ ਨਬੀਆ ਨੇ ਕਿਹਾ, ਠੀਕ ਹੈ। ਉਹਨੇ ਹੁਣ ਮੁਕਰ ਦਿੱਤੀ, ਹੁਣ ਕਸਮਾਂ ਖਾਂਦੀ। ਮੈਂ ਕਿਹਾ ਇਹਦਾ ਹੱਲ ਹੈ ਨਹੀਂ ਗਾ ਹੁਣ। ਅੱਛਾ, ਅਫਜ਼ਰ ਉਹ ਮੰਨੇ ਦੀ ਬੀਵੀ ਹੈ, ਉਹਦਾ ਨਾਂ ਸ਼ਮੈਲਾ ਹੈ, ਉਹਦਾ ਨਾਮ ਪਹੀਰਾ ਸ਼ਾਇਦ। ਅੱਛਾ, ਤੇ ਉਸ ਤੋਂ ਬਾਅਦ ਕਿਹਦੀ ਬੀਵੀ ਹੈ? ਨਬੀਆ। ਨਬੀਆ, ਹਾਂ, ਉਹਦੇ ਮੀਆਂ ਦਾ ਕੀ ਨਾਂ ਹੈ? ਜਲੀਲ ਨਾਮ ਹੈ। ਜਲੀਲ। ਹਾਂ, ਜਲੀਲ ਤੇ ਮੈਂ ਕਿਹਾ ਤੁਹਾਡੇ ਤੋਂ ਸਾਰਿਆਂ ਤੋਂ ਛੋਟਾ ਸੀ। ਬਸ ਮੇਰੇ ਤੋਂ ਛੋਟਾ ਹੈਗਾ, ਮੇਰੇ ਤੋਂ ਛੋਟਾ ਹੈਗਾ। ਤੂੰ ਹਮੀਦ ਨਾਲ ਛੋਟਾ ਹੈ ਤੇ ਉਹ ਜਲੀਲ ਤੇਰੇ ਨਾਲ ਵੀ ਛੋਟਾ ਹੈ। ਉਸ ਤੋਂ ਛੋਟਾ ਤਾਂ ਦੂਰ ਸੀ, ਅੱਲਾ ਨੂੰ ਪਿਆਰਾ ਹੋ ਗਿਆ। ਛੋਟਾ ਹੋ ਗਿਆ। ਸਹੀ। ਤੇ ਜਲੀਲ ਕੀ ਕੰਮ ਕਰਦਾ? ਪਹਿਲੇ ਜਾਂਦਾ ਸੀ ਕੰਮ ਤੇ ਹੁਣ ਕੋਈ ਆਨਲਾਈਨ ਹੀ ਕਰਦਾ ਹੈ ਕੰਮ, ਘਰ ਬੈਠੇ। ਮੈਂ ਤਾਂ ਕਦੀ ਪੁੱਛਿਆ ਨਹੀਂ ਹੈ, ਦੱਸੀ ਵੀ ਨਹੀਂ। ਮੰਨਾ ਤੇ ਉੱਥੇ ਸ਼ਾਹੀਨ ਕੰਪਲੈਕਸ ਹੈ ਨਾ, ਕੋਰੇ 'ਚ ਮੇਰੇ ਖਿਆਲ, ਹੈਂ? ਕੋਰੇ ਗੱਡੀਆਂ ਦੀ ਜਿਹੜੀ ਉੱਥੇ ਕੰਪਨੀ ਮੇਰਾ ਹੈ। ਖਿਆਲ ਨਹੀਂ। ਚੱਲੀਏ ਫਿਰ ਥੱਲੇ।